ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕਰਕੇ ਸਾਨੂੰ ਅੰਮ੍ਰਿਤਮਈ ਖਜ਼ਾਨਾ ਬਖਸ਼ ਰਹੇ ਨੇ। ਮਹਾਰਾਜ ਬਚਨ ਕਰਦੇ ਨੇ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨ ਚਤੁਰਭੁਜ ਪਾਈਐ। ਸੱਚੇ ਪਾਤਸ਼ਾਹ ਕਹਿੰਦੇ ਜਪ ਕੀਤਾ ਜਾਵੇ, ਤਪ ਕੀਤਾ ਜਾਵੇ, ਬੜੇ ਵੱਡਾ ਆਸਣ ਲਾ ਕੇ, ਸਮਾਧੀ ਲਾ ਕੇ ਲਗਾਤਾਰ ਅਸੀਂ ਜਪ ਕਰੀ ਜਾਈਏ। ਮਹਾਰਾਜ ਕਹਿੰਦੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ। ਪਰਹੇਜ ਰੱਖੇ ਜਾਣ ਖਾਣ ਪੀਣ ਦੇ। ਕਈ ਪਰਹੇਜ ਰੱਖਦੇ ਆ ਵੀ ਅਸੀਂ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹਾਂ, ਕਈ ਪਰਹੇਜ ਕਰਦੇ ਆ ਕਿ ਅਸੀਂ ਗਰਮ ਪਾਣੀ ਨਾਲ ਇਸ਼ਨਾਨ ਕਰਦੇ ਹਾਂ। ਸਰਦੀ ਗਰਮੀ ਗਰਮ ਪਾਣੀ ਨਾਲ ਨਹਾਵਾਂਗੇ। ਕੋਈ ਗੁਰਮੁਖ ਕਹਿੰਦੇ ਆ ਸਰਦੀ ਗਰਮੀ ਠੰਡੇ ਪਾਣੀ ਨਾਲ ਨਹਾਵਾਂਗੇ। ਕੋਈ ਕਹਿੰਦੇ ਆ ਵੀ ਅਸੀਂ ਸ਼ਾਕਾਹਾਰੀ ਖਾਵਾਂਗੇ, ਕੋਈ ਕਹਿੰਦੇ ਅਸੀਂ ਮਾਸਾਹਾਰੀ ਖਾਵਾਂਗੇ। ਕੋਈ ਕਹਿੰਦੇ ਵੀ ਨਾ ਸ਼ਾਕਾਹਾਰੀ ਨਾ ਮਾਸਾਹਾਰੀ, ਅਸੀਂ ਦੁੱਧ ਨਾਲ ਹੀ ਗੁਜ਼ਾਰਾ ਕਰਾਂਗੇ, ਫਲਾਂ ਨਾਲ ਕਰਾਂਗੇ, ਘਾਸ ਫੂਸ ਨਾਲ ਕਰਾਂਗੇ। ਸੋ ਮਹਾਰਾਜ ਕਹਿੰਦੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਇਸ ਤਰ੍ਹਾਂ ਦੇ ਜਿਵੇਂ ਮਰਜ਼ੀ ਯਤਨ ਕਰੀ ਜਾਓ, ਲਗਾਤਾਰ ਲੰਬਾ ਸਮਾਧਾ ਲਾਓ, ਅਭਿਆਸ ਕਰੋ। ਪਰ ਜਿਹੜੀ ਆਪਾਂ ਵਿਚਾਰ ਜਿਵੇਂ ਪਰਸੋਂ ਕੀਤੀ ਸੀਗੀ ਵੀ ਜੇ ਮਨ ਦੇ ਵਿੱਚੋਂ ਵਿਚਾਰਾਂ ਦੀ ਆਪਾਂ ਜਿਹੜੀ ਚੱਲਦੀ ਹੋਈ ਰੋਹ ਹੈ ਉਸਨੂੰ ਪਾਸੇ ਨਹੀਂ ਕੀਤਾ, ਆਪਾਂ ਗੁਰੂ ਦੀ ਮੱਤ ਧਾਰਨ ਹੀ ਨਹੀਂ ਕੀਤੀ, ਮਨ ਨੂੰ ਸਹਿਜ ਦੇ ਵਿੱਚ ਹੀ ਨਹੀਂ ਲੈ ਕੇ ਆਏ, ਤੇ ਜਿੰਨਾ ਮਰਜ਼ੀ ਆਪਾਂ ਅਭਿਆਸ ਜੋ ਮਰਜ਼ੀ ਕਰੀ ਜਾਈਏ ਉਸ ਚੀਜ਼ ਦਾ ਫਾਇਦਾ ਨਹੀਂ। ਆਪਾਂ ਭੋਲੇ ਭਾਅ ਦੇ ਵਿੱਚ ਰਹਿਣਾ ਹੈ। ਮਹਾਰਾਜ ਜੀ ਦੇ ਬਚਨ ਨੇ ਨਾ, ਕਹੋ ਕਬੀਰ ਭਗਤ ਕਰ ਭਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਭਾਏ ਦੇ ਵਿੱਚ ਹੁੰਦਾ ਹੈ ਜਿਹੜਾ ਜੀਵ ਆਪ ਦਾ ਫੁਰਨਾ ਨਹੀਂ ਲੈਂਦਾ। ਕਈ ਤਾਂ ਬੜੇ ਵਿਚਾਰ ਲੈਂਦੇ ਨੇ, ਸਤੋਗੁਣੀ ਹੁੰਦੇ ਨੇ ਜੀਵ, ਤੇ ਉਹ ਆਪਦੇ ਆਪ ਨੂੰ ਆਪਦੇ ਮੁੱਖੋਂ ਹੀ ਕਹੀ ਜਾਂਦੇ ਆ ਜੀ ਅਸੀਂ ਤਾਂ ਭੋਲੇ ਬਹੁਤ ਆ ਜੀ, ਦੁਨੀਆ ਚਲਾਕ ਬਹੁਤ ਆ, ਅਸੀਂ ਭੋਲੇ ਬਹੁਤ ਆ। ਇਹੋ ਜਿਹੇ ਜੀਵ ਭੋਲੇ ਨਹੀਂ ਹੁੰਦੇ। ਭੋਲਾ ਜੀਵ ਉਹ ਹੁੰਦਾ ਜਿਹੜਾ ਆਪਦਾ ਫੁਰਨਾ ਨਹੀਂ ਲੈਂਦਾ। ਜਿਵੇਂ ਉਸਨੂੰ ਗੁਰੂ ਉਪਦੇਸ਼ ਕਰਦਾ ਹੈ, ਜਿਵੇਂ ਉਸਨੂੰ ਸਾਧ ਸੰਗਤ ਦੇ ਵਿੱਚੋਂ ਜਿੰਨਾ ਕੁ ਗਿਆਨ ਮਿਲਦਾ ਹੈ, ਜਿੰਨਾ ਗੁਰਬਾਣੀ ਦੇ ਮੁਤਾਬਕ ਖੋਜਦਾ ਹੈ, ਫਿਰ ਜਦੋਂ ਉਸਦੇ ਉੱਪਰ ਕਿਰਪਾ ਹੋ ਜਾਂਦੀ ਹੈ ਜੋ ਅੰਦਰ ਬੈਠੇ ਸਤਿਗੁਰ ਨੇ, ਤੇ ਉਹ ਜਿਵੇਂ ਅੰਦਰ ਬੈਠੇ ਉਸਨੂੰ ਪ੍ਰੇਰਦੇ ਨੇ, ਉਸੇ ਤਰੀਕੇ ਮਨ ਓਨਾ ਚੱਲ ਪੈਂਦਾ, ਤੁਰ ਪੈਂਦਾ, ਕਰਮ ਕਰ ਲੈਂਦਾ। ਹੁਣ ਆਪਾਂ ਦੇਖੀਏ ਵੀ ਜਿਵੇਂ ਸਹਿਜ ਸੁਭਾਅ ਅਸੀਂ ਸਰੀਰ ਦਾ ਕੋਈ ਚੈੱਕਅਪ ਨਾ ਕਰਵਾਈਏ, ਬੇਸ਼ੱਕ ਸਾਡੇ ਅੰਦਰ ਜੋ ਮਰਜ਼ੀ ਕੋਈ ਇਨਫੈਕਸ਼ਨ ਹੈ, ਕੋਈ ਬਿਮਾਰੀ ਹੈ, ਜੋ ਵੀ ਹੋਵੇ, ਜੇ ਆਪਾਂ ਸਰੀਰ ਦਾ ਚੈੱਕਅਪ ਨਾ ਕਰਵਾਈਏ ਨਾ, ਸਾਡੇ ਮਨ ਨੂੰ ਵਿਚਾਰ ਨਹੀਂ ਆਉਂਦਾ, ਤੇ ਲਗਾਤਾਰ ਸਾਡਾ ਜਿਹੜਾ ਮਨ ਹੈ ਉਹ ਬੇਸ਼ੱਕ ਬਿਮਾਰੀ ਵੀ ਸਰੀਰ ਦੇ ਵਿੱਚ ਹੋਵੇ ਪਰ ਉਹ ਪੋਜ਼ਿਟਿਵ ਹੈ ਤਾਂ ਉਹ ਚੱਲਦਾ ਰਹੇਗਾ। ਤੇ ਜੇ ਤੁਹਾਡਾ ਮਨ ਬੜਾ ਪੋਜ਼ਿਟਿਵ ਹੈ, ਪਰ ਜੇ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਜੀ ਆਹ ਸਕੀਮ ਆ, ਤੁਸੀਂ ਸਰੀਰ ਦਾ ਚੈੱਕਅਪ ਕਰਾ ਲਓ, ਮਾੜਾ ਮੋਟਾ ਵੀ ਜੇ ਸਾਨੂੰ ਉੱਥੇ ਕੋਈ ਵਹਿਮ ਫੁਰਨਾ ਸ਼ੱਕ ਕਿਸੇ ਨੇ ਪਾਤਾ ਵੀ ਆਹ ਤੇਰੇ 'ਚ ਵਧਿਆ ਘਟਿਆ, ਤੇ ਉੱਥੇ ਹੀ ਮਨ ਜਿਹੜਾ ਹੈ ਬੇਸ਼ੱਕ ਉਸ ਰੋਗ ਦੇ ਨਾਲ 50 ਸਾਲ ਦੀ ਉਮਰ ਕੱਢ ਦਿੱਤੀ ਹੋਵੇ, ਪਰ ਜਿੱਦਣ ਪਤਾ ਲੱਗ ਜਾਏਗਾ ਨਾ, ਉਸ ਦਿਨ ਇੱਕ ਦਿਨ ਵੀ ਕੱਢਣਾ ਔਖਾ ਹੋ ਜਾਏਗਾ। ਅੱਜ ਕੱਲ ਤੇ ਜ਼ਿਆਦਾਤਰ ਇਹੀ ਚੱਲਦਾ ਪਿਆ, ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਏ ਉਹ ਲੋਭ ਦੀ ਲੁੱਟ ਹੈ। ਵੈਸੇ ਤਾਂ ਪੰਜੇ ਹੀ ਲੁੱਟ ਮਚਾ ਰਹੇ ਆ। ਕਲਯੁਗ ਮੈਂ ਧੜੇ ਪੰਜ ਚੋਰ ਚਗਰਾਏ, ਕਾਮ ਕ੍ਰੋਧ ਲੋਭ ਮੋਹ ਮਾਨ ਵਧਾਏ।
ਕਾਮ ਆਪ ਦੀ ਲੁੱਟ ਕਰਦਾ ਹੈ, ਕ੍ਰੋਧ ਵੀ ਆਪ ਦੀ ਲੁੱਟ ਕਰਦਾ ਹੈ, ਲੋਭ ਵੀ ਲੁੱਟ ਕਰਦਾ ਹੈ। ਜਿਵੇਂ ਪਹਿਲੋਂ ਜੀਵ ਹੁੰਦੇ ਸੀ, ਉਹ ਇੰਨਾ ਪੜ੍ਹਦੇ ਲਿਖਦੇ ਨਾ, ਭੋਲੇ ਭਾਏ, ਜਿਵੇਂ ਉਹਨਾਂ ਦੇ ਪੁਸ਼ਤੈਨੀ ਕਰਮ ਹੁੰਦੇ ਸੀ, ਜੋ ਉਹਨਾਂ ਦੇ ਘਰ ਦੇ ਅਸੂਲ ਹੁੰਦੇ ਸੀ, ਉਹਨਾਂ ਮੁਤਾਬਕ ਚੱਲਦੇ। ਦੁਨਿਆਵੀ ਤਰੱਕੀ ਦੇ ਨਾਲ ਇੰਨੇ ਨਾ ਜੁੜੇ ਹੋਣ ਕਰਕੇ ਖੁੱਲੇ ਇਲਾਕਿਆਂ ਦੇ ਵਿੱਚ ਰਹਿੰਦੇ, ਘਰੋਂ ਬਾਹਰ ਖੇਤ ਵਿੱਚ ਚਲੇ ਜਾਂਦੇ ਜਾਂ ਵਪਾਰ ਦੀ ਦੁਕਾਨ ਤੇ ਬੈਠੇ ਰਹਿੰਦੇ ਲੰਬਾ ਲੰਬਾ ਸਮਾਂ। ਬੜੀ ਸੋਹਣੀ ਜ਼ਿੰਦਗੀ ਗੁਜ਼ਾਰਦੇ। ਉਸ ਜ਼ਿੰਦਗੀ ਦੇ ਵਿੱਚ ਵਿਚਾਰ ਫੁਰਨੇ ਨਹੀਂ ਸੀ, ਤੇ ਜਿੰਨੇ ਵਿਚਾਰ ਫੁਰਨੇ ਘੱਟ ਆਉਂਦੇ ਨੇ, ਓਨੀ ਸਾਡੀ ਉਮਰ ਵੀ ਵੱਧਦੀ ਹੈ। ਹੁਣ ਇੱਥੇ ਸਵਾਲ ਹੈ ਵੀ ਗੁਰਬਾਣੀ ਗੁਰੂ ਤਾਂ ਕਹਿੰਦੇ ਨੇ ਵੀ ਗਿਣੇ ਹੋਏ ਸਵਾਸ ਨੇ, ਉਮਰ ਕਿਵੇਂ ਵੱਧ ਜਾਂਦੀ? ਜਿਹੜਾ ਸਾਡਾ ਸਵਾਸ ਆਉਂਦਾ ਹੈ, ਜਿਵੇਂ ਮੰਨ ਲਓ ਸਾਡੀ 4 ਯੁੱਗ ਦੀ ਉਮਰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਵੀ 4 ਯੁੱਗਾਂ ਦੇ ਵਿੱਚ ਤੁਸੀਂ ਲਾਹਾ ਲੈ ਕੇ ਵਾਪਸ ਆਉਣਾ ਨਾਮ ਬੁੱਝ ਕੇ। ਹੁਣ ਜਦੋਂ ਆਪਾਂ ਵੱਧੋ ਵੱਧ ਫੁਰਨੇ ਲੈ ਲਾਂਗੇ, ਜੇ ਸਾਡੇ 100 ਸਾਲ ਦੀ ਉਮਰ ਦੇ ਸਵਾਸ ਨੇ, ਜੇ ਆਪਾਂ ਫੁਰਨੇ ਲਵਾਂਗੇ, ਜੇ ਆਪਾਂ ਸੰਤਾਂ ਸਾਧੂਆਂ ਦੀ ਨਿੰਦਿਆ ਕਰਾਂਗੇ, ਦੁਕਰਿਤ ਕਰਮ ਜਿਹੜੇ ਜ਼ਿਆਦਾ ਕਮਾਵਾਂਗੇ, ਤਾਂ ਜਿਹੜਾ ਉਹ 100 ਸਾਲ ਦਾ ਜਿਹੜਾ ਪੈਟਰੋਲ ਏ, ਉਹ 50 ਚ ਵੀ ਮੁੱਕ ਸਕਦਾ ਜੇ ਆਪਾਂ ਸਵਾਸ ਜਮਾ ਹੀ ਨਹੀਂ ਕਰਾਂਗੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲੀ ਸੁੰਨ ਦੇ ਵਿੱਚੋਂ ਸਾਨੂੰ ਸਵਾਸ ਦੇਣਾ। ਆ ਸਾਹਮਣੇ ਆਪਾਂ ਤੁਸੀਂ ਦੇਖੋ, ਨਾਸਕਾ ਚੋਂ ਸਵਾਸ ਕਿੱਥੋਂ ਖਿੱਚਦੇ ਪਏ ਹੋ ਸਾਰੇ, ਵੇਖੋ ਨੱਕ ਆਪਣਾ ਸਾਹ ਕਿੱਥੋਂ ਖਿੱਚਦਾ ਪਿਆ ਜੀ, ਆ ਖਾਲੀ ਵਿੱਚੋਂ ਹੀ ਖਿੱਚਦਾ ਪਿਆ ਨਾ। ਆਪਾਂ ਇਹ ਸਾਹ ਖਿੱਚੀਏ ਤੇ ਆ ਖਾਲੀ ਸੁੰਨ ਵਿੱਚੋਂ ਇੱਥੋਂ ਆਉਂਦਾ ਪਿਆ ਸਵਾਸ। ਤੇ ਜੇ ਆਪਾਂ ਕੋਈ ਵਿਚਾਰ ਹੀ ਨਾ ਲਵਾਂਗੇ, ਤਾਂ ਇਹ ਸਵਾਸ ਸੁੰਨ ਵਿੱਚੋਂ ਸਾਡੇ ਅੰਦਰ ਗਿਆ, ਪਰ ਸਾਡਾ ਮਨ ਵਿਚਾਰਾਂ ਤੋਂ ਰਹਿਤ ਅਵਸਥਾ 'ਚ ਬੈਠਾ ਸੀ, ਤੇ ਦੁਬਾਰਾ ਫਿਰ ਇਹ ਨਭ ਤੱਕ ਗਿਆ, ਨਭ ਤੋਂ ਫਿਰ ਵਾਪਸ ਸੁੰਨ ਵਿੱਚ ਆ ਗਿਆ, ਤਾਂ ਇਹ ਸਵਾਸ ਜਮਾ ਹੋ ਗਿਆ, ਇਹ ਖਰਚ ਨਹੀਂ ਮੰਨਿਆ ਗਿਆ। ਹੁਣ 100 ਸਾਲ ਦੀ ਉਮਰ ਦੇ ਸਵਾਸ ਨੇ ਜਿਹੜੇ, ਉਹ ਆਇਆ ਦੁਬਾਰਾ ਫਿਰ ਸੁੰਨ 'ਚ ਆਇਆ, ਫਿਰ ਅਗਲੀ ਵਾਰੀ ਫਿਰ ਅਸੀਂ ਸਹਿਜ 'ਚ ਹੀ ਬੈਠੇ ਹਾਂ, 2 ਆਏ, 4 ਆਏ, 5 ਆਏ, ਉਹ ਖਰਚੇ ਹੀ ਨਹੀਂ ਗਏ। ਜਿਹੜੇ ਖਰਚੇ ਨਹੀਂ ਗਏ, ਸੁੰਨ 'ਚੋਂ ਆਏ, ਸੁੰਨ 'ਚ ਜਮਾ ਹੋ ਗਏ, ਉਹ ਸਾਡੀ ਉਮਰ ਵੱਧ ਗਈ। ਇਹਨੂੰ ਕਹਿੰਦੇ ਨੇ ਉਮਰ ਵੱਧ ਜਾਣੀ। ਉਮਰ ਉਵੇਂ ਨਹੀਂ ਵੱਧਦੀ ਵੀ ਜਿਵੇਂ 100 ਸਾਲ ਦੀ ਉਮਰ ਹੈ ਤੇ 101 ਸਾਲ। ਉਮਰ ਨੂੰ ਤੁਸੀਂ ਕਿਸ ਲਹਿਜੇ ਦੇ ਨਾਲ ਭੋਗਦੇ ਹੋ, ਉਹ ਉਮਰ ਵੱਧਦੀ। ਸਵਾਸ ਗਿਣਤੀ ਦੇ ਨੇ, ਸਾਲ ਨਹੀਂ ਗਿਣਤੀ ਦੇ। ਸਵਾਸ ਗਿਣਤੀ ਦੇ ਨੇ, ਜਦੋਂ ਗਿਣਤੀ ਖਤਮ, ਕੋਈ ਵੀ ਬਹਾਨਾ ਬਣੇਗਾ, ਤੇ ਭਾਵੇਂ ਉਹ 50 ਸਾਲਾਂ 'ਚ ਬਣੇ, ਭਾਵੇਂ 17 ਸਾਲਾਂ 'ਚ ਬਣੇ। ਆਪਾਂ ਕਈ ਵਾਰੀ ਕਹਿੰਦੇ ਵੀ ਆ ਵੀ ਜਿੰਨਾ ਤੁਸੀਂ ਆ ਸ਼ਰਾਬ, ਮੀਟ, ਆਂਡੇ ਖਾਂਦੇ ਹੋ, ਮਾੜੇ ਕੰਮ ਕਰਦੇ ਹੋ, ਆਪਦੀ ਉਮਰ ਆਪ ਘਟਾਈ ਜਾਂਦੇ ਹੋ। ਮਾੜੀ ਲੱਚਰਤਾ, ਵੇਸਵਾਪੁਣਾ ਕਰਨਾ, ਕਲੇਸ਼ ਕਰਨਾ, ਉਹ ਐਸੇ ਨਸ਼ੇ ਪੀ ਕੇ ਘਰ ਦੇ ਵਿੱਚ ਐਸੀਆਂ ਦੁਵਿਧਾਵਾਂ ਕਰਨੀਆਂ, ਉਹ ਕੀ ਹੈ, ਜਿਹੜੇ ਸਾਡੇ ਗਿਣਤੀ ਦੇ ਸਵਾਸ ਨੇ, ਸਵਾਸਾਂ ਦੇ ਉੱਤੇ ਲੋਡ ਆ ਜਾਂਦਾ। ਕੋਈ ਵੀ ਚੀਜ਼ ਹੈ, ਕੋਈ ਵੀ ਅਸੀਂ ਫਾਈਨੈਂਸ਼ੀਅਲੀ ਕੋਈ ਕਾਰੋਬਾਰ ਕਰਨਾ ਹੈ, ਇਹਨੂੰ ਬੜੀ ਸਹਿਜ ਨਾਲ ਸੁਣਨਾ ਹੈ। ਕੋਈ ਵੀ ਆਪਾਂ ਜ਼ਮੀਨੀ ਕਾਰੋਬਾਰ ਕਰਨਾ ਹੈ, ਕੋਈ ਵੀ ਆਪਾਂ ਬਿਜ਼ਨਸ ਕਰਨਾ ਹੈ, ਜਿੰਨਾ ਵੱਡਾ ਅਸੀਂ ਕਾਰੋਬਾਰ ਕਰਾਂਗੇ, ਜਿੰਨਾ ਵੱਡਾ ਅਸੀਂ ਦੁਨੀਆ ਦੇ ਵਿੱਚ ਕੋਈ ਵੀ ਧੰਦਾ ਕਰਾਂਗੇ, ਕਰਮ ਕਰਾਂਗੇ, ਉਸ ਦਾ ਕਨੈਕਸ਼ਨ ਸਿੱਧਾ ਸਾਡੀ ਭਗਤੀ ਨਾਲ ਹੈ, ਜੋ ਸਾਡੀ ਪਾਵਰ ਅਸੀਂ ਜਮ੍ਹਾਂ ਕੀਤੀ ਹੋਈ ਹੈ। ਤੇ ਜੇ ਜ਼ਿਆਦਾ ਪਾਵਰ ਹੋਏਗੀ, ਉਹਨਾਂ ਸਾਡਾ ਕਰਮ ਜਿਹੜਾ ਵੱਧ ਜਾਏਗਾ, ਜੈ ਜੈਕਾਰ ਜ਼ਿਆਦਾ ਹੋਏਗੀ। ਜੇ ਘੱਟ ਭਗਤੀ ਹੋਏਗੀ, ਉਹਨਾਂ ਸਾਡੀ ਨਹੀਂ ਗੱਲ ਬਣੇਗੀ, ਸਾਰੀ ਸਾਰੀ ਉਮਰ ਟੱਕਰਾਂ ਮਾਰੀ ਜਾਵਾਂਗੇ, ਅੱਗੋਂ ਨਹੀਂ ਬਣੇਗੀ ਖੇਡ। ਸਿਮਰਨ ਦੀ ਖੇਡ ਹੈ। ਹੁਣ ਜਿਹੜਾ ਇਹ ਸਵਾਸ ਨੇ ਭਗਤੀ ਵਿੱਚੋਂ ਮਿਲੇ ਨੇ, ਤੇ ਜਿੰਨਾ ਅਸੀਂ ਜ਼ਿਆਦਾ ਸਟਰੈਸ ਦੇ ਵਿੱਚ ਰਵਾਂਗੇ, ਹੁਣ ਇੱਕ ਘਰ ਦੇ ਵਿੱਚ ਦਿਨੇ ਵੀ ਕਲੇਸ਼ ਏ, ਰਾਤੀ ਵੀ ਕਲੇਸ਼ ਹੈ, ਸ਼ਾਮੀ ਵੀ ਕਲੇਸ਼ ਏ, ਸ਼ਰਾਬ ਦਾ ਵੀ ਉੱਥੇ ਖੇਡ ਚੱਲਦੀ ਏ, ਆਸ ਪੜੋਸ ਦੇ ਵਿੱਚ ਕੋਈ ਬੁਲਾਉਣ ਵਾਲਾ ਨਹੀਂ, ਹੋਰ ਨਹੀਂ, ਉਸ ਘਰ ਦੇ ਵਿੱਚ ਸਾਰਾ ਇਹਦਾ ਸਾਰਾ ਦਿਨੇ ਸ਼ਾਮ ਫੁਰਨੇ ਜਿਹੜੇ ਨੇ, ਉੱਥੇ ਦੁਬਿਧਾ ਵੱਧ ਗਈ, ਤੇ ਉਸ ਘਰ ਦੇ ਵਿੱਚ ਅੰਮ੍ਰਿਤ ਰਸ ਦੀ ਜਾਂ ਨਾਮ ਦੀ ਤਾਂ ਕੋਈ ਠੰਡਕ ਹੈ ਹੀ ਨਹੀਂ, ਤੇ ਜਿਹੜੇ ਨੇ ਉਹ ਸਾਰੇ ਉਮਰ ਦੇ ਉੱਤੇ ਅਸਰ ਪੈਂਦਾ। ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਖੁੱਲੇ ਖਾਲੀ ਖਲਾ ਦੇ ਵਿੱਚ ਰਹਿਣਾ, ਸਾਰਾ ਸਾਰਾ ਦਿਨ ਘਰੋਂ ਚਲੇ ਜਾਣਾ, ਫਿਰ ਬੀਆਬਾਨ ਹੁੰਦਾ ਆਮ ਖੇਤ ਦੇ ਵਿੱਚ, ਮੰਨ ਲਓ ਮੰਜਾ ਢਾ ਕੇ ਗੁਰਮੁਖ ਪੈ ਰਹਿੰਦੇ, ਕੋਈ ਨਾ ਫੁਰਨਾ ਆਉਣਾ, ਨਾ ਵਿਚਾਰ ਆਉਣਾ, ਕਿਉਂਕਿ ਉੱਥੇ ਕੋਈ ਨਾ ਬੁਲਾਉਣ ਵਾਲਾ, ਨਾ ਛੇਤੀ, ਤੇ ਉਹ ਬੜੀਆਂ ਬੜੀਆਂ ਲੰਮੀਆਂ ਆਯੂ ਭੋਗ ਜਾਂਦੇ। ਜਿਵੇਂ ਆਪਾਂ ਵੇਖੀਏ ਪੁਰਾਣੇ ਬਜ਼ੁਰਗ ਜਿਹੜੇ ਨੇ 100, 120, 130, 140 ਸਾਲ ਦੇ ਵੀ ਆਮ ਹੀ 80-90 ਸਾਲਾਂ ਦੇ ਬਜ਼ੁਰਗ ਮਿਲ ਜਾਂਦੇ ਸੀ। ਤੇ ਹੁਣ ਆਪਾਂ ਦੇਖਦੇ ਆ ਵੀ ਕੋਈ 60, 65, 70 ਵਾਲਾ ਕੋਈ ਲੰਘਦਾ,
ਸਾਡੇ ਕੋਈ ਜੀਵ 88 ਕੁ ਸਾਲ ਦਾ ਬਜ਼ੁਰਗ ਬੈਠਾ ਸੀਗਾ ਤੇ ਸਾਡੇ ਪਿੰਡ ਦੇ ਵਿੱਚ 60 ਸਾਲਾਂ ਦੀ ਉਮਰ ਦੀ ਮੌਤ ਹੋ ਗਈ। ਜਦੋਂ ਉਹ ਬੁਲਾਉਣ ਆਏ, ਜਿਵੇਂ ਆਪਾਂ ਬੈਠਣ ਜਾਂਦੇ ਹਾਂ ਉਹਨਾਂ ਦੇ ਘਰ, ਤੇ ਉਹ ਆਏ, ਕਹਿੰਦਾ ਹਜੇ ਤਾਂ ਦੇਖੋ ਇਹ ਜਵਾਕ ਜਿਹਾ ਹੀ ਸੀਗਾ। ਮੈਂ ਹੈਰਾਨਗੀ ਮੰਨੀ, ਕਿਉਂਕਿ ਇਹ ਹੋਣੀ ਗੱਲ 10-12 ਸਾਲ ਪਹਿਲਾਂ ਦੀ, ਮੇਰੀ ਉਮਰ ਉਦੋਂ 18-19 ਸਾਲ ਦੀ ਸੀ। ਮੈਂ ਕਿਹਾ ਇਹ 60 ਸਾਲ ਦੇ ਬਾਪੂ ਨੂੰ ਹੀ ਜਵਾਕ ਹੀ ਆਖੀ ਜਾਂਦਾ। ਮੈਂ ਪੁੱਛ ਹੀ ਲਿਆ, ਮੈਂ ਕਿਹਾ ਬਾਪੂ ਜੀ 60 ਸਾਲ ਦੀ ਉਮਰ ਜਵਾਕਾਂ ਵਾਲੀ ਥੋੜ੍ਹਾ ਨਾ ਹੁੰਦੀ। ਫਿਰ ਮੈਨੂੰ ਉਹਨੇ ਬੜੇ ਪਿਆਰ ਨਾਲ ਆਖਿਆ, ਕਹਿੰਦਾ ਕਾਕਾ ਤੁਸੀਂ ਉਮਰਾਂ ਹੀ ਨਹੀਂ ਵੇਖੀਆਂ। ਕਹਿੰਦਾ ਜਿਸ ਪਾਰ ਦੀ ਮੈਂ ਗੱਲ ਕਰਦਾ ਨਾ, ਉਹ ਥੋੜਾ ਪਾਕਿਸਤਾਨ ਦੇ ਲਹਿਜੇ ਚ ਉਹਨੇ, ਆਪਣੇ ਸਾਰੇ ਇਧਰੋਂ ਪਿੰਡਾਂ ਚ ਇਲਾਕਿਆਂ ਚ ਪਾਕਿਸਤਾਨ ਚ ਹੀ ਉੱਠ ਕੇ ਆਏ ਉਹਨੇ ਗੁਰਮੁਖ ਸਾਰੇ। ਕਹਿੰਦਾ ਜਿਸ ਪਾਰ ਦੀ ਮੈਂ ਗੱਲ ਕਰਦਾ, ਜਿਹੜੇ ਦਿਨ ਅਸੀਂ ਵੇਖੇ ਨੇ ਕਾਕਾ, 60 ਸਾਲ ਦੀ ਉਮਰ ਨੂੰ ਤਾਂ ਅਸੀਂ ਐਵੇਂ ਆਖਦੇ ਹੁੰਦੇ ਹਾਂ ਵੀ ਅਜੇ ਤੈਨੂੰ 50-60 ਦਾ ਹੋਇਆ, ਤੈਨੂੰ ਕਾਹਦੀ ਅਕਲ। 60 ਸਾਲ ਦੀ ਉਮਰ ਦੇ ਬੰਦੇ ਨੂੰ ਤਾਂ ਅਸੀਂ ਅਕਲ ਹੀ ਨਹੀਂ ਆਈ ਮੰਨਦੇ ਹੁੰਦੇ। ਤੇ ਕਹਿੰਦੇ 90-95 ਸਾਲ ਆਮ ਹੀ ਉਮਰ ਹੁੰਦੀ ਸੀ। 90-95-100 ਦਾ ਹੋ ਕੇ ਮਰਨਾ। ਉਦਣ ਆਪਣੇ ਪਿੰਡ ਪ੍ਰੋਗਰਾਮ ਚੱਲਦਾ ਸੀਗਾ ਤੇ ਕੋਈ ਬੀਬੀ ਸੀ, ਉਹ ਆਪਣੇ ਪਿੰਡ 115 ਸਾਲਾਂ ਦੀ ਮਰੀ, ਤੇ ਉਹਨਾਂ ਨੇ ਅਰਥੀ ਦੇ ਉੱਪਰ ਉਹ ਗੁਬਾਰੇ ਬੰਨ ਲਏ। ਗੁਬਾਰੇ ਬੰਨ ਲਏ ਤੇ ਅੱਗੇ ਉਹ ਉਹਦੀਆਂ ਨਾ ਖਿੱਲਾਂ ਹੁੰਦੀਆਂ ਨੇ, ਉਹ ਪ੍ਰਸ਼ਾਦ ਚ ਮਿਲਦੀਆਂ ਨੇ, ਉਹ ਖਿੱਲਾਂ ਹੀ ਸੱਟਦੇ ਜਾਣ ਤੇ ਅੱਗੇ ਢੋਲ ਵਾਲੇ ਨੱਚਦੇ ਜਾਣ। ਤੇ ਆਪਣੇ ਗੁਰਮੁਖ ਆਏ ਹੋਏ ਸੀ, ਉਹ ਖਲੋਤੇ ਵੇਖਦੇ ਸੀ। ਆਂਦੇ ਇਹ ਕੀ ਵੀ ਇਹ ਤਾਂ ਇਹਨਾਂ ਨੇ ਪੁਰਾਤਨ ਰਿਵਾਜ ਸੀ ਨਾ, ਜਦੋਂ ਕੋਈ 100 ਸਾਲ ਦੀ ਉਮਰ ਟੱਪ ਜਾਂਦਾ ਸੀ ਤੇ ਉਹ ਕਹਿੰਦੇ ਸੀ ਖਾ ਢਾ ਕੇ ਗਿਆ ਤੇ ਆਪਦੇ ਘਰ ਗਿਆ, ਤੇ ਹੁਣ ਇਹਦਾ ਅਫਸੋਸ ਨਹੀਂ ਕਰਨਾ, ਖੁਸ਼ੀ ਕਰੋ ਵੀ ਇੰਨੀ ਖਾ ਢਾ ਕੇ ਪੋਤਰਿਆਂ ਦੋਤਰਿਆਂ ਵਾਲੇ ਗਏ ਨੇ। ਉਹ ਵਿੱਚੋਂ ਇੱਕ ਗੁਰਮੁਖ ਭੋਲਾ ਸੀ, ਕਹਿੰਦਾ ਵੇਖੋ ਜੀ ਇਹ ਗੁਰਮੁਖਾਂ ਦਾ ਪਿੰਡ, ਇਹਨਾਂ ਨੇ ਚੌਥੇ ਪਦ ਦਾ ਪ੍ਰਚਾਰ ਬੜਾ ਕਰ ਦਿੱਤਾ ਤੇ ਇਹ ਤਾਂ ਮੌਤ ਦੇ ਜਸ਼ਨ ਮਨਾ ਰਹੇ ਨੇ। ਮੈਨੂੰ ਆਦਾ ਜੀ ਤੁਹਾਡੇ ਪਿੰਡ ਤਾਂ ਕਿਰਪਾ ਬੜੀ। ਮੈਂ ਕਿਵੇਂ ਆਦਾ ਜੀ ਅਸੀਂ, ਮੈਂ ਪਹਿਲੀ ਵਾਰੀ, ਭਾਈ ਸਾਹਿਬ ਕਹਿੰਦਾ ਇੰਨਾ ਚਿਰ ਹੋ ਗਿਆ ਆਏ ਜਾਂ, ਕਹਿੰਦਾ ਕਿਤੇ ਅਰਥੀ ਦੇ ਅੱਗੇ ਢੋਲ ਵੱਜਦਾ ਨਹੀਂ ਸੀ ਵੇਖਿਆ। ਮੈਂ ਤਾਂ ਸੋਚਿਆ ਵੀ ਤੁਹਾਡੇ ਪਿੰਡ ਪ੍ਰਚਾਰ ਬੜਾ ਹੋਣਾ। ਮੈਂ ਕਿਹਾ ਸ਼ਹਿਰੀ ਬੱਚੇ ਨੇ, ਨਾ ਇਹਨਾਂ ਨੂੰ ਪਤਾ ਗਾਂ ਦਾ ਨਾ ਪਛਾਣ ਦਾ, ਉਹ ਅੱਜ ਕੱਲ ਘਰ ਬੈਠੇ ਹੀ ਉਹ ਵੇਖੀ ਜਾਂਦੇ ਨੇ ਇੰਟਰਨੈਟ, ਇਹਨਾਂ ਨੂੰ ਕੀ ਪਤਾ, ਨਵੀਂ ਪੀੜ੍ਹੀ ਨੂੰ ਨਹੀਂ ਪਤਾ ਹੈਗਾ, ਬਿਲਕੁਲ ਨਹੀਂ ਪਤਾ। ਮੈਂ ਕਿਹਾ ਇਹ ਪ੍ਰਚਾਰ ਨਹੀਂ, ਚਲੋ ਉਹਦਾ ਪਿੰਡ ਦੇ ਵਿੱਚ ਹੁੰਦਾ ਜਿੰਨਾ ਕੁ ਅਭਿਆਸ ਹੁੰਦਾ ਹੈ, ਇਹ ਤਾਂ ਮਤਲਬ ਆਮ ਪੁਰਾਤਨ ਰਿਵਾਜ ਹੀ ਸੀਗਾ, ਜਿਹੜਾ 100 ਸਾਲ ਟੱਪ ਜਾਂਦਾ ਸੀ ਤੇ ਆਮ ਹੀ ਪੋਤਰਿਆਂ ਦੋਤਰਿਆਂ ਵਾਲਾ ਹੁੰਦਾ ਵੀ ਅਗਲੇ ਧੀ ਜਵਾਈ ਆਉਂਦੇ, ਦੋਤਰੇ ਪੋਤਰੇ ਆਉਂਦੇ ਤੇ ਉਹ ਬੜੀ ਸ਼ਾਨ ਸ਼ੌਕਤ ਨਾਲ ਉਹਨੂੰ ਲੈ ਕੇ ਜਾਂਦੇ ਵੀ ਗਾਂ ਦੀ ਗਾਂ ਹੁੰਦਾ ਹੈ। ਇੱਕ ਦਾਦਾ ਪੜਦਾਦਾ, ਫਿਰ ਦਗੜ ਦਾਦਾ, ਨਗੜ ਦਾਦਾ, ਗਾਂ ਬੜੇ ਰਿਸ਼ਤੇ ਹੀ। ਮੈਂ ਕਿਹਾ ਇਹ ਤਾਂ ਹੈ। ਤੇ ਇਸ ਤਰੀਕੇ ਉਹ ਕੀ ਹੁੰਦਾ ਹੈ ਵੀ ਜਿੰਨੇ ਆਪਾਂ ਸਵਾਸ ਤਾਂ ਆਪਣੀ ਗਿਣਤੀ ਦੇ ਨੇ, ਜੇ ਤੁਸੀਂ ਨਾ ਖਰਚੋਗੇ ਉਹ ਦੁਬਾਰਾ ਸੁੰਨ ਚ ਜਮਾ ਹੋ ਜਾਏਗਾ। ਹੁਣ ਜਦੋਂ ਆਪਾਂ ਸਿਮਰਨ ਕਰਾਂਗੇ, ਸਿਮਰਨ ਕਰਕੇ ਆਪਾਂ ਸਹਿਜ ਦੇ ਵਿੱਚ ਰਵਾਂਗੇ, ਆਪਾਂ ਨੂੰ ਵਿਚਾਰ ਆਏਗਾ ਹੀ ਨਹੀਂ, ਫੁਰਨਾ ਆਏਗਾ ਹੀ ਨਹੀਂ, ਤੇ ਉਹ ਸਾਡਾ ਸਵਾਸ ਜਿਹੜਾ ਹੈ ਉਹ ਜਮਾ ਹੋ ਜਾਏਗਾ। ਭਾਵ ਸਾਡੇ ਸਰੀਰ ਦੇ ਉੱਪਰ ਲੋਡ ਨਹੀਂ ਆਏਗਾ ਤੇ ਸਾਡੀ ਆਯੂ ਦੇ ਉੱਪਰ ਵੀ ਲੋਡ ਨਹੀਂ ਆਏਗਾ। ਅਸੀਂ ਉਹਨਾਂ ਜ਼ਿਆਦਾ ਸਟ੍ਰੈਸ ਫਰੀ ਲਾਈਫ, ਲੌਂਗ ਲਾਈਫ, ਹੈਲਦੀ ਲਾਈਫ ਜੀਵਾਂਗੇ। ਉਹਨੂੰ ਕਹਿੰਦੇ ਨੇ ਭੋਲੇ। ਭੋਲੇ ਭਾਅ ਰੱਬ ਵੀ ਮਿਲ ਜਾਂਦਾ ਹੈ। ਇਹ ਨਹੀਂ ਵੀ ਕੋਈ ਅਸੀਂ ਉਮਰ ਆਪਦੀ ਵਧਾ ਲਾਂਗੇ ਜੋਗੀਆਂ ਤਰ੍ਹਾਂ, ਉਮਰ ਨਹੀਂ ਵਧਾਉਣੀ, ਹੈਗੇ ਸਵਾਸ ਓਨੇ ਹੀ ਨੇ, ਪਰ ਜਦੋਂ ਆਪਾਂ ਵਿਚਾਰ ਫੁਰਨੇ, ਫਿਕਰਾਂ ਸੰਸੇ ਨਹੀਂ ਕਰਾਂਗੇ, ਕਲੇਸ਼ ਤੋਂ ਦੂਰ ਰਵਾਂਗੇ, ਸ਼ਬਦ ਦਾ ਅਭਿਆਸ ਕਰਾਂਗੇ, ਅੱਛਾ ਜਦੋਂ ਗੁਰਮੰਤਰ ਕਰਾਂਗੇ ਤਾਂ ਗੁਰਮੰਤਰ ਵਿੱਚ ਜਮਾ ਹੋ ਜਾਏਗਾ। ਤੇ ਜਿੰਨੇ ਅਸੀਂ ਵਿਚਾਰ ਲਵਾਂਗੇ, ਹੁਣ ਮੰਨ ਲਓ ਜਿਹੜਾ ਬਿਜਨਸ ਮਾਈਂਡਡ ਬੰਦਾ ਹੁੰਦਾ, ਜਿੰਨੇ ਉਹ ਬਿਜਨਸ ਦੇ ਵਿੱਚ ਵਿਚਾਰ ਲਈ ਜਾਂਦਾ, ਉਹਦੇ ਉੱਤੇ ਸਟ੍ਰੈਸ ਆ ਜਾਂਦਾ। ਹੁਣ ਉਹਦੀ ਫਿਕਰਾਂ ਬਣ ਗਈਆਂ, ਫਿਕਰ ਦੇ ਨਾਲ ਸਰੀਰ ਦੇ ਉੱਤੇ ਲੋਡ ਆ ਗਿਆ ਤੇ ਸਵਾਸਾਂ ਦਾ ਧਨ ਜ਼ਿਆਦਾ ਲੱਗਣ ਲੱਗ ਗਿਆ। ਜਿਵੇਂ ਹੁਣ ਇੱਕ ਆਪਾਂ ਥੋੜਾ ਜਿਹਾ ਹੋਰ ਤੁਹਾਨੂੰ ਉਦਾਹਰਨ ਦੇ ਕੇ ਸੌਖਾ ਸਮਝਾ ਦਿੰਦੇ ਹਾਂ ਵੀ ਜਿਵੇਂ ਹੁਣ ਗੱਡੀ ਹੁੰਦੀ ਹੈ, ਮੋਟਰਸਾਈਕਲ ਹੁੰਦਾ, ਉਹਦੇ ਸਪੀਡੋਮੀਟਰ ਤੇ ਇਕਨੋਮੀ ਲਿਖਿਆ ਹੁੰਦਾ ਵੀ ਜੇ ਤੁਸੀਂ ਇਹਨੂੰ 40 ਤੋਂ 60 ਦੀ ਰੇਂਜ ਵਿੱਚ ਚਲਾਓਗੇ, ਐਵਰੇਜ ਵੀ ਵਧੀਆ ਦੇਗਾ, ਇੰਜਨ ਵੀ ਨਹੀਂ ਇਹਦਾ ਲੋਡਡ ਹੋਊਗਾ, ਪੈਟਰੋਲ ਮੋਬਿਲ ਸਭ ਸੈੱਟ ਖਾਊਗਾ। ਤੇ ਜੇ ਬਾਹਰ ਮੋਟਰਸਾਈਕਲ ਤੇ 4 ਜਵਾਕ ਪਿੱਛੇ ਇੱਕ ਸਿਲੰਡਰ ਰੱਖ ਲਿਆ ਤੇ ਅੱਗੇ ਕਣਕ ਵਾਲਾ ਗੱਟਾ ਸੱਟ ਲਿਆ ਤੇ ਉਹਨੂੰ ਪਾ ਲਿਆ ਤੁਸੀਂ ਢਵਾਣੇ ਤੋਂ ਲੁਧਿਆਣੇ, ਤੇ ਫਿਰ ਤੁਸੀਂ ਆਖੋ ਵੀ ਹੁਣੇ 70 ਦੀ ਐਵਰੇਜ ਵੀ ਦੇਵੇ, ਤੇ ਉਹ ਕਿਵੇਂ ਦਊਗਾ। ਹੁਣ ਉਹ ਕੀ ਹੋਇਆ, ਮੋਟਰਸਾਈਕਲ ਵੀ ਹੋਏ, ਪੈਟਰੋਲ ਵੀ ਹੋਏ, ਟੈਂਕ ਵੀ ਫੁੱਲ ਕਰਾਇਆ, ਤੇ ਜੇ ਤੁਸੀਂ ਉਹਨੂੰ ਤਰੀਕੇ ਨਾਲ ਚਲਾਓਗੇ ਤਾਂ ਉਹ ਤੁਹਾਨੂੰ ਇੱਕ ਟੈਂਕ ਦੇ ਵਿੱਚ ਹੋ ਸਕਦਾ 500-600 ਕਿਲੋਮੀਟਰ ਲੈ ਜਾਏ,
ਤੇ ਜੇ ਤੁਸੀਂ ਚਲਾਉਣਾ ਹੀ ਉੱਤੇ ਸਾਰੇ ਦਾ ਸਾਰਾ ਟੱਬਰ ਉਹਦੇ ਤੇ ਬਹਾ ਲੈਣਾ ਤੇ ਨਾਲ ਥੈਲਾ ਇੱਕ ਕਣਕ ਦਾ ਵੀ ਰੱਖ ਲੈਣਾ, ਤੇ ਫਿਰ ਉਹ 700 ਦੀ ਜਗ੍ਹਾ ਉਹ 250 ਹੀ ਚੱਲੇਗਾ। ਉਸੇ ਤਰੀਕੇ ਤੁਹਾਡਾ ਜਿਹੜਾ ਮਾਨਸ ਜਨਮ ਹੈ, ਜਿੰਨਾ ਤੁਸੀਂ ਸਿਮਰਨ ਕਰਕੇ ਵਿਚਾਰਾਂ ਤੋਂ ਰਹਿਤ ਰਹੋਗੇ, ਜਿੰਨਾ ਓਨੀ ਤੁਹਾਡੀ ਜਿਹੜੀ ਇਹ ਲਾਈਫ ਜਿਹੜੀ ਹੈ ਉਹ ਸੁਟੇਬਲ ਹੋ ਜਾਏਗੀ, ਤੁਹਾਡੇ ਸਰੀਰ ਦੀ ਮਿਆਦ ਵੱਧ ਜਾਏਗੀ, ਉਮਰ ਉਨੀ ਰਹੇਗੀ, ਸਵਾਸਾਂ ਦੀ ਗਿਣਤੀ ਉਨੀ ਰਹੇਗੀ, ਪਰ ਉਹਦਾ ਭੋਗ ਬੜੇ ਆਨੰਦ ਨਾਲ ਤੁਹਾਨੂੰ ਆਊਗਾ। ਹੁਣ ਕਈ ਵਾਰੀ ਤਾਂ ਸਵਾਸਾਂ ਦੀ ਗਿਣਤੀ ਕਿਸੇ ਦੀ ਘੱਟ ਹੁੰਦੀ ਹੈ, ਪਰ ਜੇ ਉਹ ਸਿਮਰਨ ਕਰੇ, ਸਟ੍ਰੈਸ ਫਰੀ ਰਵੇ, ਤਾਂ ਉਹ ਹੁਣ ਭਾਵੇਂ ਉਹਨੂੰ 50 ਸਾਲਾਂ 'ਚ ਖਰਚ ਲਵੇ, ਭਾਵੇਂ 100 ਸਾਲਾਂ 'ਚ ਖਰਚ ਲਵੇ, ਇਹ ਫਿਰ ਜਦੋਂ ਗੁਰਮੁਖਾਂ ਨੂੰ ਕਲਾ ਆ ਜਾਂਦੀ, ਫਿਰ ਉਹਨਾਂ ਦੀ ਮਰਜ਼ੀ ਹੁੰਦੀ। ਪਰ ਗੁਰਮੁਖ ਆਪਦੀ ਉਮਰ ਵਧਾਉਂਦੇ ਨਹੀਂ, ਉਹ ਆਪਦੇ ਗਿਣਤੀ ਦੇ ਸਵਾਸ ਜਿਹੜੇ ਨੇ, ਉਹ ਜੇ ਖਰਚ ਵੀ ਕਰਦੇ ਨੇ, ਤਾਂ ਉਹ ਸੱਚ ਨਾਮ ਦੇ ਪ੍ਰਚਾਰ ਦੇ ਵਿੱਚ ਕਰਦੇ ਆ, ਸਤੋਗੁਣ ਦੇ ਉੱਪਰ, ਸ਼ਬਦ ਦੇ ਵਿੱਚ, ਉਹ ਉਹਨਾਂ ਦੇ ਸਾਰੇ ਜਮਾ ਹੋ ਜਾਂਦੇ ਨੇ। ਵੀ ਉਹ ਸੁੰਨ ਵਿੱਚੋਂ ਨਿਕਲੇ ਤੇ ਵਾਹਿਗੁਰੂ ਦੇ ਅਭਿਆਸ ਦੇ ਉੱਤੇ ਮੋਹਰ ਲਵਾ ਕੇ ਉੱਥੇ ਜਮਾ ਕਰਾਤਾ, ਫਿਰ ਸੁੰਨ ਵਿੱਚੋਂ ਸਵਾਸ ਲਿਆ ਤੇ ਅਕਥ ਕਥਾ ਦੇ ਵਿਚਾਰ ਵਿੱਚ ਜਮਾ ਕਰਵਾ ਦਿੱਤਾ, ਫਿਰ ਸੁੰਨ ਵਿੱਚੋਂ ਸਵਾਸ ਲਿਆ, ਪਰਉਪਕਾਰ ਕਰ ਲਿਆ, ਕਿਸੇ ਪਿੰਡ ਦੇ ਵਿੱਚ ਜਾਂ ਇਲਾਕਿਆਂ 'ਚ ਜਾ ਕੇ ਪ੍ਰਚਾਰ ਕਰ ਆਏ, ਉੱਥੇ ਜਮਾ ਕਰਵਾਤਾ। ਜਦੋਂ ਹਿਸਾਬ ਹੋਵੇਗਾ ਤੇ ਮਾਲਕ ਵੇਖਣਗੇ ਵੀ ਆਹ ਤਾਂ ਇੰਨੇ ਇਹਨਾਂ ਨੇ ਪ੍ਰਚਾਰ 'ਚ ਖਰਚੇ ਨੇ, ਇੰਨੇ ਇਹਨਾਂ ਨੇ ਸ਼ਬਦ ਦਾ ਅਭਿਆਸ ਆਪ ਕੀਤਾ, ਇੰਨਾ ਦੇਰੇ ਸਹਿਜ ਵਿੱਚ ਬੈਠੇ ਰਹੇ, ਇੰਨੀ ਇਹਨਾਂ ਨੇ ਸੱਚ ਦੀ ਸੇਵਾ ਕੀਤੀ, ਉਹ ਫਿਰ ਆਯੂ ਵੀ ਅਸੀਂ ਭੋਗ ਲਈ, ਗਿਣਤੀ ਦੇ ਸਵਾਸ ਵੀ ਭੋਗ ਲਏ, ਤੇ ਉਹ ਨਹੀਂ। ਪਰ ਜਿਹੜਾ ਮਨਮੁਖ ਹੈ, ਉਹਨੂੰ ਗਿਣਤੀ ਬੇਸ਼ੱਕ ਜਿੰਨੀ ਮਰਜ਼ੀ ਭਾਵੇਂ 100 ਸਾਲ ਦੀ ਆਯੂ ਦਿੱਤੀ ਹੋਵੇ, ਪਰ ਜਦੋਂ ਉਹਨੇ ਮਾੜੇ ਗੱਲਾਂ ਬਾਤਾਂ ਜੋ ਇੰਨੀ ਨਿੰਦਿਆ ਚੁਗਲੀ, ਤੇ ਮਹਾਰਾਜ ਕਹਿੰਦੇ ਨੇ ਨਾ, ਸੰਤ ਕੀ ਨਿੰਦਾ ਆਰਜਾ ਘਟੈ, ਸੰਤ ਕੇ ਦੁੱਖਨ ਆਰਜਾ ਘਟੈ। ਜੇ ਸੰਤਾਂ ਦਾ ਦੁੱਖ ਹੀ ਹੋਵੇਗਾ, ਮਹਾਰਾਜ ਕਹਿੰਦੇ ਉਹਦੀ ਉਮਰ ਹੀ ਘਟ ਜਾਂਦੀ। ਹੁਣ ਇਸੇ ਤਰੀਕੇ ਭੋਲੇ ਭਾਅ ਦੇ ਵਿੱਚ ਜਾ ਕੇ ਜਿਹੜਾ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਨੂੰ ਮਿਲਣਾ, ਆਪਾਂ ਵਿਚਾਰਾਂ ਤੋਂ ਰਹਿਤ ਰਹਿਣਾ। ਅੱਜ ਕੱਲ ਦੀ ਜਿਹੜੀ ਜ਼ਿੰਦਗੀ ਹੈ, ਜਿੰਨੀ ਆਪਾਂ ਇਹਨੂੰ ਕੰਜਸਟਡ ਕਰੀ ਜਾਂਦੇ ਆ, ਉਨੀ ਇਹ ਫੁੱਲ ਆਫ ਸਟ੍ਰੈਸ ਹੋਈ ਜਾਂਦੀ ਹੈ। ਛੋਟੇ ਛੋਟੇ ਸਾਡੇ ਘਰ ਨੇ, ਹੁਣ ਗੁਰਮੁਖਾਂ ਨਾਲ ਵਿਚਾਰ ਆਪਾਂ ਕਰਦੇ ਹੀ ਰਹਿੰਦੇ ਹਾਂ, ਛੋਟੇ ਛੋਟੇ ਘਰ ਨੇ, ਇੱਕ ਗਲੀ ਦੇ ਵਿੱਚ ਜੇਕਰ ਇੱਕ ਗਲੀ ਤੁਹਾਡੀ 500 ਮੀਟਰ ਲੰਬੀ ਹੈ, ਤਾਂ ਉਹਦੇ ਵਿੱਚ ਘੱਟੋ ਘੱਟ 20 ਘਰ ਨੇ, 20 ਘਰਾਂ ਦੇ ਵਿੱਚ ਜੇ ਇੱਕ ਘਰ ਦੇ ਵਿੱਚ 5 ਦੀ ਵੀ ਆਪਾਂ ਐਵਰੇਜ ਲਾਈਏ, ਤਾਂ ਘੱਟੋ ਘੱਟ 100 ਬੰਦਾ ਰਹਿੰਦਾ ਇੱਕ ਗਲੀ ਦੇ ਵਿੱਚ। ਛੋਟੇ ਵੱਡੇ ਸ਼ਹਿਰਾਂ ਵਿੱਚ ਤਾਂ ਸ਼ਾਇਦ ਹੋ ਸਕਦਾ ਇਸ ਤੋਂ ਵੀ ਜ਼ਿਆਦਾ। ਹੁਣ ਉਹ 100 ਬੰਦੇ ਦੀ ਵਾਈਬ੍ਰੇਸ਼ਨ ਹੈ, 100 ਬੰਦੇ ਇੱਕ ਗਲੀ ਦੇ ਵਿੱਚ, 100 ਬੰਦਾ ਜੇਕਰ ਰਹਿੰਦਾ, ਤੇ ਨਾਮ ਕਿੰਨੇ ਜਪਦੇ ਨੇ? ਹੈ ਨਹੀਂ ਨਾ। ਨਾਮ ਜਪਣ ਵਾਲੇ ਸ਼ਾਇਦ ਇੱਕ ਹੋਊਗਾ, ਚਾਹੇ ਦੋ ਹੋਏਗਾ, ਤੇ ਉਹ ਸਾਰੇ ਬੰਦੇ ਕੀ ਨੇ, ਨੈਗੇਟਿਵਿਟੀ ਛੱਡਦੇ ਪਏ ਨੇ, ਦਿਨ ਰਾਤ ਫੁਰਨੇ ਫਿਕਰਾਂ ਲਈ ਜਾਂਦੇ ਨੇ। ਹੁਣ ਐਸੇ এনवायरमेंट ਵਿੱਚ ਤੁਸੀਂ ਰਹਿੰਦੇ ਹੋ, ਸਾਰੇ ਪਾਸੇ 에ਅਰ ਪੋਲਿਊਸ਼ਨ ਹੈ, ਕਾਰਾਂ ਗੱਡੀਆਂ, ਇਹ ਉਹ, ਇੱਧਰ ਉੱਧਰ ਦੀ ਜੋ ਗੰਦੀ ਹਵਾ ਮਿਲਦੀ ਹੈ, ਏਸੀਆਂ ਦੀ ਗੰਦੀ ਹਵਾ, ਹੀਟਰਾਂ ਦੀ ਗੰਦੀ ਹਵਾ, ਜੋ ਫਰੈਸ਼, ਜੋ ਕੁਦਰਤ ਦੇ ਨਾਲੋਂ ਤੁਸੀਂ ਟੁੱਟ ਗਏ, ਫਿਰ ਤੁਸੀਂ ਮੋਬਾਈਲਾਂ ਦੇ ਵਿੱਚ ਚਲੇ ਗਏ, ਫਿਰ ਤੁਸੀਂ ਜਿਹੜਾ ਖਾਣ ਪੀਣ ਦਾ ਜਿਹੜਾ ਤੁਹਾਡਾ ਆਪਣਾ ਪੁਰਾਤਨ ਵਿਰਸਾ ਸੀਗਾ, ਜਿਹੜਾ ਸਿੱਧਾ ਕੁਦਰਤ ਤੋਂ ਆਪਾਂ ਫਲ ਫਰੂਟ ਲੈ ਕੇ, ਆਮ ਹੀ ਆਪਣੇ ਘਰਾਂ ਦੇ ਵਿੱਚ ਫਲ ਫਰੂਟ ਦੇ ਰੁੱਖ ਹੁੰਦੇ ਸੀ, ਸਬਜ਼ੀ ਹੁੰਦੀ ਸੀ, ਕਣਕ ਚੌਲ ਮੈਦਾ ਆਟਾ ਸਭ ਸਭ ਘਰ ਦਾ ਹੀ ਹੁੰਦਾ ਸੀਗਾ, ਛੋਲੇ ਛਾਲੇ। ਹੁਣ ਉਹ ਤੁਸੀਂ ਕਿੱਥੋਂ ਕਿੱਥੋਂ ਆ ਰਹੇ ਨੇ, ਕੀ ਉਹਨਾਂ ਤੇ ਕੈਮੀਕਲ ਲੱਗੇ ਨੇ, ਦੁੱਧ ਵਿੱਚ ਜ਼ਹਿਰਾਂ ਪਾਈਆਂ ਨੇ, ਤੇ ਇਸ ਕਰਕੇ ਜਿਹੜੀ ਤੁਹਾਡੀ ਉਮਰ ਹੈ, ਭਾਵੇਂ ਗਿਣਤੀ ਜਿੰਨੀ ਮਰਜ਼ੀ ਹੋਵੇ, ਪਰ ਅੱਗੋਂ ਜਿਹੜਾ ਹੈ ਜੀਵਨ ਦਾ ਜਿਹੜੀ ਹੈ, ਅਸੀਂ ਸੋਚਦੇ ਹਾਂ ਵੀ ਅਸੀਂ ਦਿੱਲੀ, ਚੰਡੀਗੜ੍ਹ, ਬੰਬੇ, ਇੱਧਰ ਕੈਲਕਟਾ, ਇੱਧਰ ਚਲੇ ਗਏ, ਤਰੱਕੀ ਕਰ ਲਈ, ਤੇ ਅਧਿਆਤਮ ਦੇ ਹਿਸਾਬ ਨਾਲ ਦੇਖੀਏ ਤੇ ਉਹ ਓਨੀ ਜ਼ਹਿਰ ਵੱਧ ਇਕੱਠੀ ਕਰ ਲਈ, ਛੇਤੀ ਮਰਾਂਗੇ। ਕਿਉਂ? ਸਟ੍ਰੈਸ ਬਹੁਤ ਹੈ ਲਾਈਫ ਦਾ। ਹੁਣ ਇੰਨੀ ਸਟ੍ਰੈਸ ਹੋ ਗਈ, ਤੇ ਕਿਹਦੇ ਪਿੱਛੇ? ਲੋਭ ਪਿੱਛੇ, ਪੈਸੇ ਪਿੱਛੇ। ਹੁਣ ਆਪਾਂ ਅਭਿਆਸ ਵੀ ਕਰਦੇ ਆ ਨਾ, ਤੇ ਉਹ ਵਿਚਾਰ ਇੰਨੇ ਵੱਧ ਜਾਂਦੇ ਨੇ, ਅਭਿਆਸ ਵੀ ਉਹਨਾਂ ਦੁੱਗਣਾ ਲੱਗਦਾ ਹੈ, ਅਭਿਆਸ ਹੁੰਦਾ ਹੀ ਨਹੀਂ। ਜਿੰਨਾ ਤੁਸੀਂ ਸਟ੍ਰੈਸ ਇਕੱਠਾ ਕਰ ਲਿਆ, ਜਿੰਨੀ ਤੁਸੀਂ ਵਿਚਾਰ ਜ਼ਿਆਦਾ ਇਕੱਠੇ ਕਰ ਲਏ, ਤੁਸੀਂ ਅਭਿਆਸ ਕਰ ਹੀ ਨਹੀਂ ਸਕੋਗੇ। ਕਿਉਂ? ਹੁਣ ਅਭਿਆਸ ਉੱਥੇ ਕੀ ਕਰੇਗਾ? ਜਿਹੜਾ ਤੁਹਾਡਾ ਜੀਵਨ ਦਾ ਸਰਕਲ ਤੁਸੀਂ ਲਾਈਫ ਸਰਕਲ ਬਣਾ ਲਿਆ ਹੈ, ਉਹ ਇੰਨਾ ਤੁਸੀਂ ਜਿਹੜਾ ਹੈ ਲਾਈਫ ਸਰਕਲ ਨੂੰ ਹਾਰਡ ਕਰ ਲਿਆ ਹੈ, ਇੰਨਾ ਤੁਸੀਂ ਉਹਦੇ ਵਿੱਚ ਡਿਫਿਕਲਟੀਜ਼ ਭਰ ਲਈਆਂ ਨੇ, ਇੰਨੀ ਅਗਨ ਉਹਦੇ ਵਿੱਚ ਭਰ ਲਈ ਹੈ। ਜੇ ਸ਼ਬਦ ਦਾ ਅਭਿਆਸ ਕਰੋਗੇ, ਤਾਂ ਪਹਿਲਾਂ ਤਾਂ ਉਹੀ ਸੋਚਾਂ ਆਈ ਜਾਂਦੀਆਂ ਨੇ, ਇਸ ਤਰ੍ਹਾਂ ਕਿਵੇਂ ਹੋਊਗਾ, ਇਸ ਤਰ੍ਹਾਂ ਕਿਵੇਂ ਹੋਊਗਾ। ਸੋ ਇਸ ਕਰਕੇ ਜਿਹੜੀ ਸਿਮਰਨ ਕਰਨ ਦੇ ਨਾਲ ਜਿਹੜੀ ਸਾਡੀ ਸਿੰਪਲੀਸਿਟੀ ਹੈ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਮਰਨ ਜਿਹੜਾ ਹੈ ਓਨਾ ਹੀ ਥੋੜਾ ਲੱਗਦਾ ਹੈ, ਸਾਡੀ ਲਾਈਫ ਦੇ ਸਰਕਲ ਨੂੰ ਅਸੀਂ ਹਾਰਡ ਨਾ ਕਰੀਏ, ਅਸੀਂ ਇਹਨੂੰ ਸਿੰਪਲ ਕਰੀਏ। ਸਿੰਪਲਿਸਿਟੀ ਦੇ ਵਿੱਚ ਜਿੰਨੇ ਆਉਂਦੇ ਜਾਵਾਂਗੇ, ਉਹਨਾਂ ਸਿਮਰਨ ਵੀ ਜ਼ਿਆਦਾ ਹੋਏਗਾ, ਤੇ ਵਿਚਾਰ ਵੀ ਛੇਤੀ ਰੁਕਦੇ ਆ। ਹੁਣ ਆਪਾਂ ਉਧਰੋਂ ਮਹਾਰਾਜ ਕਹਿੰਦੇ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ,
ਹਾਂਜੀ, ਜਾ ਕੇ ਇਹਦੇ ਭਾਉ ਹੈ ਦੂਜਾ। ਮਨ ਵਿੱਚ ਤਾਂ ਵਿਚਾਰ ਫੁਰਨੇ ਚੱਲੀ ਜਾਂਦੇ ਆ, ਘਰ-ਬਾਰ ਦੇ, ਇੱਧਰ ਘਰ ਗ੍ਰਸਤ ਦੇ, ਉਧਰੋਂ ਅਭਿਆਸ ਕਰੀ ਜਾਂਦੇ ਆ, ਤੇ ਮਹਾਰਾਜ ਕਹਿੰਦੇ ਫਾਇਦਾ ਕੀ ਹੈ? ਕੋਈ ਫਾਇਦਾ ਨਹੀਂ ਹੈਗਾ। ਸੱਚੇ ਪਾਤਸ਼ਾਹ ਕਹਿੰਦੇ, ਕਹਿੰਦੇ ਰੇ ਜਨ ਮਨ ਮਾਧੋ ਸਿਉ ਲਾਈਏ, ਚਤੁਰਾਈ ਨਾ ਚਤੁਰ ਭਜ ਪਾਈ। ਸੰਸਾਰ ਦੀਆਂ ਚਤੁਰਾਈਆਂ, ਵਿਚਾਰ ਫੁਰਨੇ ਇੰਨੇ ਦ੍ਰਿੜ ਕੀਤੇ ਹੋਏ ਨੇ, ਮਨ ਮਾਧੋ ਨਾਲ ਲਾਉਣਾ ਹੈ। ਇਹ ਨਹੀਂ ਕਿ 2 ਘੰਟੇ ਅਭਿਆਸ ਕਰਕੇ ਕਬੀਰ ਸਾਹਿਬ ਕਹਿੰਦੇ ਕੁਛ ਹੋ ਜਾਊਗਾ, ਜਾਂ 5 ਘੰਟੇ ਕਰਕੇ ਕੁਛ ਹੋ ਜਾਊਗਾ। ਕਹਿੰਦੇ ਮਨ ਲਾਣਾ। ਮਨ ਨੂੰ ਮਾਇਆ ਤੋਂ ਤੋੜਨ ਦੇ ਲਈ ਆਪਾਂ ਅਭਿਆਸ ਕਰਦੇ ਹਾਂ, ਤੇ ਜੇ ਮਨ ਜਿਹੜਾ ਹੈ ਉਹ ਵਿਚਾਰਾਂ ਫੁਰਨਿਆਂ ਤੋਂ ਟੁੱਟਿਆ ਨਹੀਂ, ਤੇ ਤੁਸੀਂ ਅਭਿਆਸ ਕਰੀ ਜਾਂਦੇ ਆ, ਤੇ ਉਹਦਾ ਫਾਇਦਾ ਹੀ ਨਹੀਂ ਹੈਗਾ। ਉਹ ਤਾਂ ਇੱਕ ਸਰੀਰ ਉੱਤੇ ਲੋੜ ਆ ਜਾਂਦਾ। ਤੇ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਹੰਕਾਰ। ਜਿਹੜਾ ਤੁਸੀਂ ਲੋਭ ਨੂੰ ਇੰਨਾ ਮਨ ਦੇ ਵਿੱਚ ਵਸਾਇਆ ਹੈ, ਪੈਸਾ ਕਮਾਉਣ ਦੀ ਲਾਲਸਾ ਹੈ, ਅਗਲੀਆਂ ਪੀੜ੍ਹੀਆਂ ਤੱਕ ਜੋੜਨ ਦੀ ਲਾਲਸਾ ਹੈ, ਫਿਰ ਲੋਕਾਚਾਰ। ਲੋਕਾਚਾਰ ਹੋ ਗਈ ਸਮਾਜਿਕ ਵਿਖਾਵਾ। ਕਹਿੰਦੇ ਜਿਹੜਾ ਤੁਸੀਂ ਸਮਾਜਿਕ ਵਿਖਾਵਾ ਇੰਨਾ ਮਨ ਦੇ ਵਿੱਚ ਪਾਇਆ ਹੋਇਆ, ਆਪਾਂ ਇੰਨੀਆਂ ਵੱਡੀਆਂ ਕੋਠੀਆਂ, ਕਾਰਾਂ, ਗੱਡੀਆਂ, ਕੱਪੜੇ ਆਪਾਂ ਕਿਉਂ ਕਰਦੇ ਹਾਂ? ਬੇਸ਼ੱਕ ਅਸੀਂ ਘਰ ਤਾਂ ਨਿੱਕਰ ਪਜਾਮੇ ਦੇ ਵਿੱਚ ਹੀ ਰਹਿੰਦੇ ਹੋਈਏ, ਪਰ ਜੇ ਇੱਕ ਗਲੀ ਦੇ ਵਿੱਚ ਜਾਣਾ, ਮਾਰਕੀਟ ਜਾਣਾ, ਨਾ ਨਾ ਜੀ ਮੈਂ ਤਾਂ ਨਹਾਤਾ ਨਹੀਂ, ਮੈਂ ਜਾ ਨਹੀਂ ਸਕਦਾ। ਕਿਉਂ? ਲੋਕਾਚਾਰ। ਤੇ ਮਹਾਰਾਜ ਕਹਿੰਦੇ ਇੰਨਾ ਲੋਕਾਚਾਰ, ਪਰ ਹਰ, ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ? ਪਰ ਹਰ ਲੋਭ ਅਰ ਲੋਕਾਚਾਰ। ਇਹ ਜਿਹੜਾ ਦੂਜਿਆਂ ਦਾ ਵਿਖਾਵਾ ਹੈ, ਲੋਭ ਹੈ, ਇਸ ਨੂੰ ਤੁਸੀਂ ਆਪ ਦੇ ਮਾਈਂਡ ਚੋਂ ਕੱਢ ਦਿਓ। ਜਦੋਂ ਸਾਨੂੰ ਇਹ ਆ ਵੀ ਸਾਨੂੰ ਕੋਈ ਨਹੀਂ ਵੇਖਣ ਵਾਲਾ, ਠੀਕ ਹੈ ਜੀ, ਹਰ ਕੋਈ ਆਪ ਦਾ ਵੇਖਦਾ ਹੈ, ਤੇ ਜੇ ਕੋਈ ਵੇਖ ਕੇ ਸਾਨੂੰ ਕਹਿ ਵੀ ਲਊਗਾ ਤੇ ਕੀ ਹੋ ਜਾਊਗਾ? ਤੇ ਦੇਖੋ ਕਿੰਨੇ ਫੁਰਨੇ ਖਤਮ ਹੋ ਗਏ, ਜਦੋਂ ਲੋਕਾਚਾਰੀ ਮਨ ਚ ਰਹੀ ਨਹੀਂ, ਵੀ ਮੈਨੂੰ ਕਾਲਾ ਸੋਹਣਾ ਲੱਗਦਾ, ਕਿ ਚਿੱਟਾ ਰੰਗ ਸੋਹਣਾ ਲੱਗਦਾ, ਕਿ ਮੇਰੇ ਤੇ ਪੀਲਾ ਜੱਚਦਾ, ਕਿ ਮੈਨੂੰ ਆਹ ਬਾਈਕ ਸੋਹਣੀ ਲੱਗਦੀ ਹੈ, ਕਿ ਆਹ ਗੱਡੀ। ਹੁਣ ਇੰਨਾ ਅਭਿਆਸ ਕਰਕੇ ਅਸੀਂ ਇਹ ਕਰਨੇ ਸੀ, ਪਰ ਜੇ ਅਸੀਂ ਲੋਕਾਚਾਰੀ ਚੋਂ ਬਾਹਰ ਨਿਕਲ ਆਉਣੇ ਆ, ਤੇ ਆਪੇ ਮਨ ਸਹਿਜ ਦੇ ਵਿੱਚ ਆ ਗਿਆ। ਠੀਕ ਹੈ, ਜਿਹੜਾ ਲਾਈਫ ਸਟੈਂਡਰਡ ਹੈ, ਪੈਸੇ ਤੋਂ ਬਿਨਾਂ ਇਸ ਦੁਨੀਆ ਵਿੱਚ ਨਹੀਂ ਕੋਈ ਚੱਲਦਾ, ਪਰ ਪੈਸਾ ਇੱਕ ਹੱਦ ਤੱਕ ਜ਼ਰੂਰੀ ਹੈ। ਜੋ ਪੈਸੇ ਦੀਆਂ ਹੱਦਬੰਦੀਆਂ ਅਸੀਂ ਬਣਾ ਲਈਆਂ ਨੇ ਨਾ, ਉਹ ਨਹੀਂ ਸੀ ਜ਼ਰੂਰੀ। ਅਸੀਂ ਪੈਸੇ ਨੂੰ ਆਪਦੇ ਲਾਈਫ ਸਟੈਂਡਰਡ ਦੇ ਵਿੱਚ ਇੰਨਾ ਕੁ ਜ਼ਿਆਦਾ ਵਾੜ ਲਿਆ ਆ, ਇੰਨਾ ਕੁ ਜ਼ਿਆਦਾ ਵਾੜ ਲਿਆ ਆ, ਸਾਡੇ ਫੁਰਨੇ ਬਹੁਤ ਜ਼ਿਆਦਾ ਬਣ ਗਏ। ਹੁਣ ਅਸੀਂ ਆਪਦੇ ਲਈ ਘੱਟ ਕਮਾਉਂਦੇ ਆ, ਤੇ ਦੂਜਿਆਂ ਦੇ ਵਿਖਾਵੇ ਲਈ ਅਸੀਂ ਜ਼ਿਆਦਾ ਕਮਾਉਂਦੇ ਆ। ਸੋ ਇਸ ਕਰਕੇ ਇਹ ਚੀਜ਼ਾਂ ਪਾਸੇ ਅਸੀਂ ਧਿਆਨ ਦੇਈਏ। ਅਸੀਂ ਆਪਦੀ ਸਿੰਪਲਿਸਿਟੀ ਦੇ ਵਿੱਚ ਆ ਕੇ ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਭਾਏ ਤੋਂ ਭਾਵ ਕੀ ਹੈ? ਵੀ ਜਿੰਨਾ ਅਸੀਂ ਵਿਚਾਰਾਂ ਤੋਂ ਰਹਿਤ ਰਵਾਂਗੇ, ਵਿਖਾਵੇ ਤੋਂ, ਲੋਭ ਤੋਂ, ਰੁਕਾਵਟ ਬਣਦੀਆਂ ਸਾਡੇ ਲਈ। ਫਿਰ ਕਹਿੰਦੇ ਕਰਮ ਕਰਤ ਵਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇ। ਕਰਮ ਕਰਦਿਆਂ ਕਰਦਿਆਂ ਹੰਕਾਰੀ ਪੁਰਸ਼ ਹੋ ਜਾਂਦਾ। ਚਾਹੇ ਚੰਗੇ ਕਰਮ ਵੀ ਕਰੂਗਾ ਨਾ, ਦਾਨ ਪੁੰਨ ਵੀ ਕਰੇਗਾ, ਤਾਂ ਵੀ ਹੰਕਾਰੀ ਹੋ ਜਾਏਗਾ, ਕਿ ਮੈਂ ਇੰਨਾ ਦਾਨ ਪੁੰਨ ਕਰਤਾ, ਇੰਨੇ ਪੈਸੇ ਦੇਤੇ, ਇੰਨੇ ਮੈਂ ਆਹ ਕਰਤੀ, ਇੰਨੀ ਮੈਂ ਡੋਨੇਸ਼ਨ ਦੇਤੀ। ਤੇ ਜੇ ਸਿਮਰਨ ਕਰਦੇ ਨੇ, ਗਿਆਨ ਕਰਦੇ ਨੇ, ਤਾਂ ਵੀ ਹੰਕਾਰੀ ਹੋ ਜਾਂਦੇ ਨੇ। ਕਿਉਂਕਿ ਇਹ ਗਿਆਨ ਜਿਹੜਾ ਹੈ, ਜਾਂ ਜਿਹੜੀ ਇੱਥੋਂ ਦਾ ਪ੍ਰਚਾਰ, ਜਾਂ ਇੱਥੋਂ ਦੀ ਜਿਹੜੀ ਸੇਵਾ ਹੈ, ਇਹ ਸਾਰੀ ਸਤੋ ਗੁਣ ਵਸ ਹੈ। ਇਸ ਕਰਕੇ ਜੀਵ ਸਿਮਰਨ ਕਰਕੇ, ਗਿਆਨ ਕਰਕੇ, ਜਾਂ ਪ੍ਰਚਾਰ ਕਰਕੇ ਵੀ ਹੰਕਾਰੀ ਹੋ ਸਕਦਾ ਹੈ, ਕਿਉਂਕਿ ਇਹ ਸਾਰਾ ਸਤੋ ਗੁਣ ਹੈ। ਚੌਥੇ ਪਦ ਵਿੱਚ ਤਾਂ ਕੇਵਲ ਨਾਮ ਹੈ, ਤੇ ਇਸ ਕਰਕੇ ਹੰਕਾਰ ਹੋ ਜਾਂਦਾ ਹੈ ਕਰਮ ਕਰਦਿਆਂ ਕਰਦਿਆਂ। ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਐਸੀ ਐਸੀ ਸੇਵਾ ਦਾ ਕੀ ਫਾਇਦਾ? ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਕਹਿੰਦੇ ਅਸੀਂ ਨਾਮ ਦੇ ਵਿੱਚ ਸਮਾ ਕੇ, ਨਾਮ ਦੀ ਸੇਵਾ ਕਰਕੇ, ਰਸ ਪੀ ਕੇ ਇੱਕ ਗੱਲ ਦਾ ਨਿਚੋੜ ਕੱਢਿਆ ਹੈ, ਕਿ ਜਿੰਨਾ ਭੋਲਾ ਭਾਅ ਹੋਵੇਗਾ, ਜਿੰਨਾ ਤੁਸੀਂ ਵਿਚਾਰਾਂ ਤੋਂ ਰਹਿਤ ਰਹੋਗੇ, ਤੇ ਓਨਾ ਤੁਸੀਂ ਸੁਖੀ ਹੋ ਜਾਓਗੇ। ਜੇ ਵਿਚਾਰ ਹੀ ਨਹੀਂ ਆਪਣੇ ਆਏਗਾ, ਹੋ ਸਕਦਾ ਆਪਾਂ ਸੂਲੀ ਦੇ ਉੱਪਰ ਖੜੇ ਹੋਈਏ, ਹੋ ਸਕਦਾ ਆਪਾਂ ਜ਼ਹਿਰ ਦੇ ਤਲਾਅ ਦੇ ਵਿੱਚ ਵੜੇ ਹੋਈਏ, ਪਰ ਜੇ ਤੁਸੀਂ ਵਿਚਾਰ ਨਾ ਲਓਗੇ, ਤੁਹਾਨੂੰ ਪਤਾ ਹੀ ਨਹੀਂ ਹੈਗਾ। ਹੁਣ ਰਾਤ ਦਾ ਹਨੇਰਾ ਹੋਵੇ, ਬੇਸ਼ੱਕ ਪੈਰ ਥੱਲੇ ਸੱਪ ਆ ਜਾਏ, ਉਹਦੇ ਉੱਤੋਂ ਲੰਘ ਜਾਈਏ, ਤੇ ਆਪਾਂ ਨੂੰ ਐਂ ਹੀ ਲੱਗੇਗਾ ਸ਼ਾਇਦ ਕੋਈ ਰੱਸੀ ਪਈ ਹੋਣੀ ਹੈ, ਸ਼ਾਇਦ ਕੋਈ ਮਿੱਟੀ ਦਾ ਪਿਆ ਹੋਣਾ, ਜਾਂ ਕੋਈ ਹੋਰ ਕੋ ਪਿਆ ਹੋਣਾ, ਕੀ ਪਤਾ ਕੀ ਸੀ। ਬੇਸ਼ੱਕ ਸੱਪ ਦੇ ਉੱਤੋਂ ਲੰਘ ਜਾਓ, ਜੇ ਵਿਚਾਰ ਆ ਗਿਆ, ਤੇ ਤੁਸੀਂ ਹੋ ਸਕਦਾ ਫਿਰ ਚੈੱਕਅਪ ਕਰਾਓ, ਵੀ ਮੈਂ ਤਾਂ ਸੱਪ ਤੋਂ ਲੰਘਿਆ ਸੀਗਾ। ਹੁਣ ਕਰੋਨਾ ਦੇ ਵਿੱਚ ਦੇਖਿਆ ਨੀ, ਕਿੰਨਾ ਲੋਕਾਂ ਦੇ ਹਊਆ ਬਣਾਤਾ ਸੀਗਾ। ਤੇ ਬਣਾਇਆ, ਤੇ ਕੋਈ ਬਿਮਾਰੀ ਤਾਂ ਹੋਊਗੀ ਵੀ, ਤੇ ਕੋਈ 10% ਬਿਮਾਰੀ ਸੀ, ਤੇ 90% ਉਹਦਾ ਪ੍ਰਚਾਰ ਬਹੁਤ ਜ਼ਿਆਦਾ ਹੋਇਆ। ਕੀ ਹੋਇਆ? ਲੋਕ ਡਰਾ ਕੇ ਘਰਾਂ ਚ ਵਾੜਤੇ। ਹੁਣ ਹੁਣ ਲੋਕਾਂ ਦੇ ਖੁੱਲਣ ਲੱਗ ਗਏ ਨੇ ਦਿਮਾਗ, ਬਈ ਹਊਆ ਜ਼ਿਆਦਾ ਬਣਾਇਆ, ਹੁਣ ਮੁਜ਼ਾਹਰੇ ਹੁੰਦੇ ਪਏ ਨੇ। ਅਮਰੀਕਾ, ਕੈਨੇਡਾ, ਇੰਡੀਆ, ਬ੍ਰਿਟੇਨ, ਸਾਰੇ ਉਹ ਕਰੀ ਜਾਂਦੇ ਨੇ, ਮੁਜ਼ਾਹਰੇ ਕਰਦੇ ਨੇ, ਸਕੂਲ ਖੋਲੋ, ਕਾਲਜ ਖੋਲੋ। ਕੋਈ ਪ੍ਰੈਜ਼ੀਡੈਂਟ ਦਾ ਘਰ ਜਾ ਕੇ ਘੇਰਦਾ ਪਿਆ ਕੋਈ, ਕਿਉਂ? ਲੋਕਾਂ ਦੇ ਵਿਚਾਰ ਮਨ ਚ ਉਤਰ ਗਏ ਵੀ ਇਹ ਤਾਂ ਠੱਗੀ ਦਾ ਜਾਲ ਹੈ। ਹੁਣ ਇਸੇ ਤਰੀਕੇ ਜਿਹੜਾ ਹੈਗਾ,
ਜੇ ਤੁਸੀਂ ਵਿਚਾਰ ਨਹੀਂ ਲੈਂਦੇ, ਬੇਸ਼ੱਕ ਤੁਸੀਂ ਸੱਪ ਦੇ ਉੱਪਰੋਂ ਲੰਘ ਜਾਓ, ਬੇਸ਼ੱਕ ਤੁਸੀਂ ਜ਼ਹਿਰ ਪੀ ਲਓ, ਬੇਸ਼ੱਕ ਤੁਸੀਂ ਕਿਤੋਂ ਵੀ ਅੱਗ ਦੇ ਵਿੱਚੋਂ ਲੰਘ ਜਾਓ, ਪਰ ਜੇ ਤੁਹਾਡਾ ਵਿਚਾਰ ਨਹੀਂ ਹੈਗਾ, ਤਾਂ ਤੁਹਾਡਾ ਬਚਾਅ ਹੋ ਜਾਏਗਾ। ਹੁਣ ਸਿਮਰਨ ਵਿਚਾਰ ਖਤਮ ਕਰਦਾ ਹੈ। ਅਸੀਂ ਸਿਮਰਨ ਕਰ ਕਰਕੇ ਵਿਚਾਰ ਬਣਾਉਣੇ ਨਹੀਂ। ਬੇਸ਼ੱਕ ਕਈ ਵਾਰੀ ਕਈ ਜੀਵ ਹੁੰਦੇ ਨੇ, ਉਹਨਾਂ ਸਿਮਰਨ ਕਰਦੇ ਨੇ, ਉਹਨਾਂ ਗਿਆਨ ਦੇ ਵਿਚਾਰ ਬਣਾ ਕੇ ਉਹਨਾਂ ਤਰਕਵਾਦੀ ਹੋਈ ਜਾਂਦੇ ਆ। ਆਹ ਕਿਵੇਂ, ਉਹ ਕਿਵੇਂ, ਆਹ ਕਿਵੇਂ, ਉਹ ਕਿਵੇਂ। ਉਧਰੋਂ ਸਿਮਰਨ ਕਰੀ ਜਾਂਦੇ ਨੇ, ਉਧਰੋਂ ਵਿਚਾਰ ਬਣਾਈ ਜਾਂਦੇ ਆ। ਸਿਮਰਨ ਕਰਕੇ ਵਿਚਾਰ ਬਣਾਉਣੇ ਨਹੀਂ, ਵਿਚਾਰ ਖਤਮ ਕਰਨੇ ਆ ਸਹਿਜ। ਜਿੰਨੀ ਤੁਸੀਂ ਵਿਚਾਰਾਂ ਤੋਂ ਰਹਿਤ ਰਹੋਗੇ, ਜਿੰਨਾ ਤੁਸੀਂ ਸਿੰਪਲ ਰਹੋਗੇ, ਗਿਆਨ ਤੋਂ ਰਹਿਤ ਰਹੋਗੇ, ਘੱਟੋ ਘੱਟ ਗਿਆਨ ਦੀ ਉਹ ਲਵੋ। ਹੈ ਤਾਂ ਇੱਕੋ ਹੀ ਗਿਆਨ ਹੈ ਨਾ, ਚੌਥੇ ਪਦ ਦੀ ਸੇਵਾ ਕਰਨੀ। ਤੇ ਜੇ ਸਾਡੇ ਮਨ 'ਚ ਕੋਈ ਅੜਚਨ ਹੈ ਤਾਂ ਪੁੱਛ ਲਓ, ਉਹਨਾਂ ਤੁਹਾਨੂੰ ਛੇਤੀ ਪ੍ਰਾਪਤੀ ਹੋਊਗੀ। ਸੋ ਅੱਜ ਦਾ ਵਿਸ਼ਾ ਇਹੀ ਸੀ। ਭੋਲੇ ਭਾਅ ਦੇ ਵਿੱਚ ਆਪਾਂ ਰਹਿ ਕੇ ਹੀ ਸਾਰਾ ਜਿਹੜਾ ਹੈ ਖੇਲ ਸਿੱਖਣਾ ਹੈ। ਭੋਲੇ ਭਾਅ ਦੇ ਵਿੱਚ ਫਿਰ ਬੜੀਆਂ ਭਾਜੜਾਂ ਖਤਮ ਹੋ ਜਾਂਦੀਆਂ ਨੇ ਤੇ ਮਨ ਸਹਿਜ ਆਪਦੇ ਘਰ ਬੈਠਾ ਰਹਿੰਦਾ। ਨਾਲੇ ਸਾਡੀ ਜਿਹੜੀ ਉਮਰ ਹੈ ਸਵਾਸਾਂ ਦਾ ਧਨ ਹੈ, ਉਹ ਵੀ ਫਿਰ ਬੜੇ ਆਨੰਦ ਨਾਲ ਅਸੀਂ ਮਾਣ ਕੇ ਤੇ ਖੁੱਲੇ ਇਲਾਕਿਆਂ ਦੇ ਵਿੱਚ। ਤਾਂ ਹੀ ਹੁਣ ਆਪਾਂ, ਸਾਨੂੰ ਗੁਰਮੁਖ ਪਹਿਲੋਂ ਕਹਿੰਦੇ ਸੀਗੇ ਵੀ ਤੁਸੀਂ ਨਾ ਇਹ ਪ੍ਰਚਾਰ ਜਿਹੜਾ, ਉਸ ਦਿਨ ਅਸੀਂ ਕੀਤੀ ਸੀ ਗੱਲ ਸਾਂਝੀ, ਕਹਿੰਦੇ ਪਟਿਆਲੇ ਤੋਂ ਸ਼ੁਰੂ ਕਰੀਏ ਆਪਾਂ। ਪਟਿਆਲੇ ਗੁਰਮੁਖਾਂ ਨੇ 1.5 ਕਿੱਲਾ ਜ਼ਮੀਨ ਵੀ ਵੇਖ ਲਈ ਸਾਡੀ। ਚਲੋ ਵੈਸੇ ਤਾਂ ਜ਼ਮੀਨ ਜਿਹੜੀ ਆ ਇੱਥੇ ਹੀ ਆ, ਟੋਹਾਣੇ ਦੇ ਇਲਾਕੇ ਵਿੱਚ ਹੈ। ਤੇ ਗੁਰਮੁਖ ਕਹਿੰਦੇ ਵੀ 1.5 ਕਿੱਲਾ ਜ਼ਮੀਨ ਉੱਥੇ ਦੇਖ ਕੇ ਤੇ ਆਪਾਂ ਇੱਥੇ ਅੱਧੇ ਕਿੱਲੇ ਦੇ ਵਿੱਚ ਸਥਾਨ ਬਣਾ ਲਈਏ, ਇਸ ਤਰ੍ਹਾਂ ਕਰ ਲਈਏ, ਉਹ ਕਰ ਲਈਏ। ਤੇ ਬਜਟ ਇੰਨਾ ਹੈ ਜੀ। ਤੇ ਫਿਰ ਗੁਰਮੁਖਾਂ ਨਾਲ ਸਲਾਹ ਕੀਤੀ। ਅਸੀਂ ਆਖਿਆ ਵੀ ਨਹੀਂ ਬਈ, ਇਹੋ ਜਿਹਾ ਕੰਮ ਅਸੀਂ ਨਹੀਂ ਕਰਨਾ ਕਿ ਜਿਹਦੇ ਵਿੱਚ ਸਾਨੂੰ ਹੀ ਫਿਕਰਾਂ ਰਹੀ ਜਾਣ ਬਈ ਹੁਣ ਹੈ ਸਥਾਨ ਬਣਨਾ ਹੈ ਜੀ, ਹੁਣ ਇਹਦੀਆਂ ਨੀਹਾਂ ਨਿਕਲ ਗਈਆਂ, ਹੁਣ ਇਹਦੀਆਂ ਕੰਧਾਂ ਚੱਕੀਆਂ ਗਈਆਂ, ਹੁਣ ਇਹਦੇ ਲੈਂਟਰ ਪੈਣੇ ਨੇ, ਹੁਣ ਇਹਦੇ ਤੇ ਜੇ ਮੰਨ ਲਓ 5-7 ਸਾਲ 10 ਸਾਲ ਉਹ ਨਹੀਂ ਬਣਦੀ ਬਿਲਡਿੰਗ, ਤੇ ਉਨੀ ਦੇਰ ਤੱਕ ਤਾਂ ਸਾਡੇ ਫੁਰਨੇ ਵੱਧ ਗਏ ਵੀ ਇਹ ਹੁਣ ਪੰਗਾ ਲੈ ਲਿਆ, ਹੁਣ ਇਹ ਹੋਊਗਾ ਕਿਵੇਂ। ਅਜਾ ਫਿਰ ਦੂਜਾ ਇਲਾਕਾ ਹਾਂਜੀ ਵੀ ਹੁਣ ਇੱਥੋਂ ਜੀ ਦੁੱਧ ਕਿੱਥੋਂ ਮਿਲੂਗਾ, ਇੱਥੇ ਟੈਂਟ ਵਾਲਾ ਕਿਹੜਾ ਹੋਊਗਾ, ਉਹ ਕਿਹੜਾ ਹੋਊਗਾ। ਫਿਰ ਜਦੋਂ ਸਪੈਸ਼ਲ ਇਹ ਚੀਜ਼ ਆਪਾਂ ਕਰ ਲਈ ਤੇ ਫਿਰ ਤਾਂ ਉਹ ਆਪਦੀ ਭਗਤੀ ਤਾਂ ਖਤਮ ਹੋ ਗਈ। ਫਿਰ ਤਾਂ ਇਹ ਚੱਕਰ ਰਹੂਗਾ, ਫਿਰ ਉਹ ਲੋਕਾਚਾਰੀ ਆ ਜਾਏਗੀ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹ ਭਾਈ ਟੋਹਾਣੇ ਵਾਲੇ ਉੱਥੇ ਬਣਾਉਂਦੇ ਪਏ ਸੀ ਸਥਾਨ, ਕੀ ਹੋਇਆ ਫਿਰ ਕੋਈ ਲੱਗਦੀ ਵੀ ਉੱਥੇ ਮੈਂ ਬਲਕਿ ਨਹੀਂ, ਤੇ ਫਸ ਗਿਆ ਨਾ। ਤੇ ਇਸ ਕਰਕੇ ਕਾਲ ਬੜੀਆਂ ਸਕੀਮਾਂ ਦਿੰਦਾ, ਸਿੱਧੀਆਂ ਨਹੀਂ ਦਿੰਦਾ, ਦੂਜਿਆਂ ਰਾਹੀਂ ਆ ਕੇ ਦਿੰਦਾ। ਹਾਂ ਬਈ ਸਥਾਨ ਬਣਾਓ ਜੀ, ਬਾਬਾ ਜੀ ਉੱਥੇ ਡੇਰਾ ਬਣਾ ਲਓ। ਹੁਣ ਜਦੋਂ ਸਥਾਨ ਬਣ ਜਾਏਗਾ, ਉੱਥੇ ਜਿਹੜਾ ਹੁਣ ਕੋਈ 20-30 ਕਮਰਾ ਬਣੂਗਾ, ਸਾਰਾ ਹੋਊਗਾ, ਫਿਰ ਉਹਦਾ ਕੋਈ ਬਿਜਲੀ ਦਾ ਬਿੱਲ ਵੀ ਆਊਗਾ, ਹੈ ਜੀ। ਉਹ ਬਿੱਲ ਆਊਗਾ, ਉੱਥੇ ਫਿਰ ਬਾਲਣ ਵੀ ਚਾਹੀਦਾ ਹੋਊਗਾ, ਫਿਰ ਉੱਥੇ ਗਰੋਸਰੀਆਂ ਵੀ ਚਾਹੀਦੀਆਂ ਹੋਣਗੀਆਂ। ਫਿਰ ਇਹ ਕੀ ਕਰਦਾ, ਫਿਰ ਕਹਿੰਦਾ ਲੈ ਵੀ ਹੁਣ ਤੁਹਾਨੂੰ 5-7 ਵਧੀਆ ਬੰਦੇ ਟਰਸਟੀ ਦੇ ਦਿੰਦੇ ਆ। ਹੁਣ ਟਰਸਟੀ ਮਨ ਕਰੇ ਤ੍ਰੈਗੁਣੀ ਹੋਣ, ਨਾਮ ਨਾ ਜਪਦੇ ਹੋਣ, ਪਰ ਜਦੋਂ ਬਾਬਾ ਜੀ ਫਿਰ ਵੇਂਦੇ ਨੇ ਵੀ ਹੁਣ ਜਿਹੜਾ ਮਹੀਨੇ ਵਾਲਾ ₹1,00,000 ਬਿੱਲ ਆਉਣਾ ਹੈ, 50,000 ਆਉਣਾ ਤੇ 1.5 ਲੱਖ ਦਾ ਬਾਲਣ ਲੱਗਣਾ ਹੈ, ਤੇ ਹੁਣ ਇਹਨਾਂ ਦੀ ਚਮਚੀ ਮਾਰਨੀ ਪਊਗੀ। ਉਹ ਫਿਰ ਬਾਬਾ ਜੀ ਨੂੰ ਮਾੜੀ ਇੱਕ ਜੀ ਭਗਤੀ ਕਰਾ ਕੇ ਤੇ ਐਸਾ ਮੋਛਾ ਲਾਉਂਦੇ ਨੇ ਨਾ, ਜਦੋਂ ਸਥਾਨ ਇਹਨਾਂ ਚੱਕਰਾਂ 'ਚ ਪਾ ਲੈਂਦੇ ਨੇ ਕਿ ਬਾਬਾ ਜੀ ਨਹੀਂ ਫਿਰ ਉੱਠਦੇ। ਉਹ ਫਿਰ ਬਾਬਾ ਜੀ ਆਪ ਦੇ ਬਾਰੇ ਜਾਂ ਪਰਮੇਸ਼ਰ ਬਾਰੇ ਨਹੀਂ ਸੋਚਦੇ, ਉਹ ਟਰਸਟੀਆਂ ਬਾਰੇ ਹੀ ਸੋਚੀ ਜਾਂਦੇ ਨੇ ਵੀ ਉਹ ਭੱਜ ਨਾ ਜਾਏ ਤੇ 2 ਬੰਦੇ ਹੋਰ ਲੱਭ ਲਈਏ। ਮੈਂ ਕਿਹਾ ਅਸੀਂ ਤਾਂ ਯਾਰ ਭੋਲੇ ਭਾਲੇ ਜਿਹੇ ਅਸੀਂ ਇੱਕ ਬੰਦੇ ਆ, ਮਹਾਂ ਘਰ ਗ੍ਰਸਤੀ ਵਾਲੇ, ਸਾਨੂੰ ਇਹਨਾਂ ਚੱਕਰਾਂ 'ਚ ਨਾ ਪਾਓ। ਨਾ ਹੀ 1.5 ਕਿੱਲਾ ਲਈਏ ਤੇ ਨਾ ਸਾਨੂੰ ਪਟਿਆਲਾ ਤੇ ਨਾ ਸਾਨੂੰ ਚੰਡੀਗੜ੍ਹ। ਮੈਂ ਕਿਹਾ ਅਸੀਂ ਆਪਦੀ ਭਗਤੀ ਕਰ ਤੇ ਆਪਦੇ ਘਰ ਬਹਿ ਕੇ ਖਾਣਾ, ਜਿੰਨੇ ਆਉਣਾ ਉੱਥੇ ਆ ਜਾਓ। ਚੱਕਿਆ ਮੋਰਚਾ, ਟਿੰਡ ਫੋੜੀ ਚੱਕੀ ਤੇ ਅਸੀਂ ਆ ਗਏ ਟੋਹਾਣੇ, ਕਿਉਂਕਿ ਅਸੀਂ ਉੱਥੇ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਸੀ, ਉੱਥੇ MA BEd ਉੱਧਰ ਕਰਦੇ ਰਹੇ, ਫਿਰ PhD 'ਚ ਵੀ ਐਡਮਿਸ਼ਨ ਹੋ ਗਿਆ। ਪਰ ਕੋਈ ਘਰ ਦੇ ਹਾਲਾਤ ਐਸੇ ਸੀ, ਪਿਤਾ ਜੀ ਸੰਸਾਰਕ ਯਾਤਰਾ ਪੂਰੀ ਕਰਕੇ ਪਹਿਲੋਂ ਚਲੇ ਗਏ ਤੇ ਸਾਨੂੰ ਟੋਹਾਣੇ ਆਉਣਾ ਪੈ ਗਿਆ, ਨਹੀਂ ਤਾਂ ਅਸੀਂ ਉੱਥੇ ਪ੍ਰਚਾਰ ਕਰ ਰਹੇ ਸੀ। ਸੋ ਅਸੀਂ ਆਪ ਦਾ ਜਿਹੜਾ ਝੋਲਾ ਸੀ ਚੱਕਿਆ ਤੇ ਪਾਏ ਬੈਗ 'ਚ ਕੱਪੜੇ ਤੇ ਟੋਹਾਣੇ ਆ ਗਏ। ਤੇ ਇੱਥੇ ਸਾਡਾ ਪੁਸ਼ਤੈਨੀ ਪੁਰਾਣਾ ਘਰ ਸੀਗਾ, ਜਿਹੜੇ ਸਾਡੇ ਬਜ਼ੁਰਗ ਰਹਿੰਦੇ ਸੀ, ਉਹ ਹੁਣ ਗੁਰਮੁਖ ਆਉਂਦੇ ਨੇ, ਉਹ ਵੇਖ ਕੇ ਬੜਾ ਖੁਸ਼ ਹੁੰਦੇ ਆ। ਸ਼ਹਿਰ ਵਾਲੇ, ਦਿੱਲੀ ਵਾਲੇ ਤੇ ਚੰਡੀਗੜ੍ਹ ਇੱਧਰ ਦੇਹਰਾਦੂਨ ਤੋਂ ਆਉਂਦੇ ਆ, ਕਹਿੰਦੇ ਜੀ ਇਹ ਬਾਲਿਆਂ ਦੀਆਂ, ਇਹ ਬਾਲੇ ਵੇਖ ਕੇ ਕਹਿੰਦੇ ਇਹ ਲੱਕੜੀ ਕੀ ਛਾਤ ਕੈਸੇ ਡਾਲੀ ਹੈ। ਮੈਂ ਕਿਹਾ ਇਹ ਲੱਕੜੀ ਕੀ ਡਾਲਤੇ ਥੇ ਪਹਿਲੇ। ਬੜੇ ਖੁਸ਼ ਹੁੰਦੇ, ਫੋਟੋਆਂ ਕਰਾਉਂਦੇ ਨੇ। ਉਹ ਆਂਦੇ ਵੀ ਇਹਨੂੰ ਨਾ ਇਸਕੋ ਢਾਨਾ ਮਤ ਬਾਬਾ ਜੀ। ਹਿੰਦੀ ਬੋਲਦੇ ਨੇ, ਕਹਿੰਦੇ ਇਸਕੋ ਢਾਨਾ ਮਤ ਬਾਬਾ ਜੀ, ਇਸकी ਹਮ ਵੀਡੀਓ ਬਣਾ ਕਰ ਲੈ ਜਾਏਂਗੇ। ਉਹ ਬੱਚਿਆਂ ਨੇ ਵੇਖੀਆਂ ਨਹੀਂ ਨਾ ਬਾਲਿਆਂ ਵਾਲੀਆਂ ਛੱਤਾਂ, ਤੇ ਅਸੀਂ ਤਾਂ ਉੱਥੇ ਹੀ ਉਹਨੂੰ ਸਵਾਰ ਸੂਰ ਕੇ ਤੇ ਜਿੰਨਾ ਕਿ ਸਾਡੇ ਕੋਲ ਹੁੰਦਾ ਭਈ ਉਹ 100 ਕੁ ਬੰਦੇ ਦਾ ਉੱਥੇ ਵਧੀਆ ਇੰਤਜ਼ਾਮ ਹੋ ਜਾਂਦਾ। ਉੱਥੇ ਹੀ ਆਪਦਾ ਵਿਆਹ ਸ਼ੁਰੂ ਕਰ ਲਿਆ ਤੇ
ਨਾ ਅਸੀਂ ਅਸਥਾਨ ਦੇ ਚੱਕਰਾਂ 'ਚ ਪਏ, ਨਾ ਹੀ ਡੇਰੇ ਦੇ ਚੱਕਰਾਂ 'ਚ ਪਏ। ਬਾਕੀ ਜਿਵੇਂ-ਜਿਵੇਂ ਭਾਈ ਗੁਰਮੁਖ ਸੰਗਤ ਵੱਧਦੀ ਜਾਊਗੀ, ਉਹ ਜਿਵੇਂ ਕੋਈ ਵਧੇਗਾ ਤੇ ਆਪੇ ਘਰ ਵੱਡਾ ਹੋ ਜਾਏਗਾ, ਆਪੇ ਬਣਾ ਲੈਣਗੇ। ਪਰ ਅਸੀਂ ਆਪ ਦੇ ਉੱਤੇ ਨਹੀਂ ਕੋਈ ਫਿਕਰ ਲਈ ਵੀ ਐਸੇ ਅਸਥਾਨ ਬਣਾਈਏ ਤੇ 1.5 ਕਿੱਲਾ ਫਰੰਟ ਲੱਗਦਾ ਹੋਵੇ ਤੇ ਉੱਥੇ ਐਂ ਹੋਵੇ। ਉਹ ਸਾਡੇ ਖ਼ਾਬ ਨਹੀਂ ਹੈਗੇ, ਕਿਉਂਕਿ ਇਸੇ ਚੀਜ਼ ਦੇ ਵਿੱਚ ਹੀ ਜਿਹੜਾ ਸੰਸਾਰ ਤੇ ਸੰਸਾਰੀ ਜੀਵ ਬੰਨਿਆ ਜਾਂਦਾ। ਤੇ ਜੇ ਕਮਾਂਡਰ ਹੀ ਬੰਨਿਆ ਗਿਆ, ਮੰਨ ਲਓ ਅਸੀਂ ਤੁਹਾਨੂੰ ਗਿਆਨ ਦੇਣਾ, ਸਿਮਰਨ ਕਰਨਾ ਤੇ ਕਰਾਉਣਾ ਹੈ, ਤੇ ਅਸੀਂ ਬੰਨੇ ਗਏ ਇਹਨਾਂ ਚੱਕਰਾਂ 'ਚ ਤੇ ਪਿੱਛੇ ਪ੍ਰਜਾ ਕਿੱਧਰ ਨੂੰ ਜਾਊਗੀ? ਤੇ ਜੇ ਇਸ ਕਰਕੇ ਜਿਹੜਾ ਸੰਤ ਸਾਧੂ ਗੁਰਮੁਖ ਹੁੰਦਾ ਹੈ, ਉਹਨੂੰ ਜ਼ਿਆਦੇ ਫੁਰਨਿਆਂ 'ਚ ਫਸਾਉਣਾ ਵੀ ਨਹੀਂ ਚਾਹੀਦਾ, ਇਹ ਸੰਗਤ ਦਾ ਵੀ ਫਰਜ਼ ਏ। ਤੇ ਜੇ ਬਾਬਿਆਂ ਨੂੰ ਫਸਾ ਲਿਆ ਇਹ ਜੇ ਕੰਮ ਚੱਕਰਾਂ 'ਚ, ਤੇ ਫਿਰ ਸੰਗਤ ਤਾਂ ਡੁੱਬੀ। ਇਸ ਕਰਕੇ ਹੁਣ ਜਿੰਨੇ ਕੁ ਜੋਗੇ ਆਪਾਂ ਆਪਦੇ ਘਰ ਤੋਂ ਹੀ ਜਿਹੜਾ ਇਹ ਖੇਲ ਚੱਲਦਾ ਪਿਆ। ਬਾਕੀ ਗੁਰਮੁਖ ਬੜੇ ਦਿਲ ਵਾਲੇ ਨੇ, ਉਹ ਸਾਥ ਦਿੰਦੇ ਨੇ, ਉਹ ਬੁਲਾ ਲੈਂਦੇ ਨੇ ਆਪਦੇ ਇਲਾਕਿਆਂ 'ਚ, ਬੜੇ ਵੱਡੇ-ਵੱਡੇ ਮਹਿਲ ਨੇ ਗੁਰਮੁਖਾਂ ਦੇ, ਇਲਾਕਿਆਂ ਦੇ ਗੁਰਦੁਆਰੇ ਨੇ, ਉਹ ਸਾਰੇ ਆਪਣੇ ਹੀ ਨੇ। ਹਾਂਜੀ, ਗੁਰੂ ਨਾਨਕ ਦੇਵ ਨੇ ਕੋਈ ਡੇਰਾ ਬਣਾਇਆ, ਤੁਸੀਂ ਦੇਖਿਆ ਵੀ ਉਹਨਾਂ ਡੇਰਾ ਬਣਾਇਆ ਹੋਵੇ ਵੀ ਇੱਧਰ ਗਏ, ਯੂਪੀ ਗਏ, ਉਹਨਾਂ ਡੇਰਾ ਬਣਾ ਲਿਆ, ਹੋਰ ਬਣਾ ਲਿਆ? ਜਿਹੜੇ ਬਣੇ ਹੋਏ ਸੀ ਉੱਥੇ ਜਾ ਕੇ ਪ੍ਰਚਾਰ ਕੀਤਾ ਉਹਨਾਂ ਨੇ। ਅਖੀਰ ਕਰਤਾਰਪੁਰ ਬੈਰ ਸੰਸਾਰੀ ਕੱਪੜੇ, ਉੱਥੇ ਸੰਸਾਰੀ ਕੱਪੜੇ ਪਾ ਕੇ ਆਪਦੇ ਘਰ ਆ ਗਏ, ਜਿੰਨੇ ਆਉਣਾ ਵੀ ਇੱਥੇ ਆ ਜਾਓ। ਤੁਸੀਂ ਦੱਸੋ ਵੀ ਕਿਹੜਾ ਗੁਰੂ ਨਾਨਕ ਸਾਹਿਬ ਨੇ 50,000 ਮੀਲ ਦੀ ਯਾਤਰਾ ਕੀਤੀ, ਡੇਰਾ ਬਣਾਇਆ ਉਹਨਾਂ ਕੋਈ? ਜਿਹੜੇ ਬਣੇ ਸੀ ਉੱਥੇ ਹੀ ਜਾ ਕੇ ਕੀਤਾ। ਤੇ ਹੁਣ ਆਪਣੇ ਪਿੰਡਾਂ ਵਿੱਚ ਤਾਂ ਵਾਸ਼ ਇਕੱਠੀ ਕਰਕੇ 1.5 ਕਰੋੜ ਦੇ ਗੁਰਦੁਆਰੇ ਬਣੇ ਹੋਏ ਨੇ, ਤੇ ਇੱਥੇ ਸਿਮਰਨ ਸ਼ੁਰੂ ਕਰਾਓ। ਮੈਨੂੰ ਹੋਰ ਵਿਚਾਰ ਦੇ ਦਿੰਦੇ ਨੇ ਵੀ ਬਾਬਾ ਜੀ ਡੇਰਾ ਬਣਾ ਦਿਓ ਵੱਡਾ 2 ਮੰਜ਼ਲੀ। ਮੈਂ ਕਿਹਾ ਮੈਂ ਨਹੀਂ ਬਣਾਉਂਦਾ, ਮੇਰੇ ਪਿੰਡ ਤਾਂ ਅੱਗੇ 2 ਗੁਰਦੁਆਰੇ ਨੇ। ਉਹ ਆਖਣਗੇ ਲੈ ਤੀਜਾ ਬਾਬੇ ਨੇ ਹੋਰ ਬਣਾਤਾ। ਤੇ ਉਹ ਜਿੱਥੇ ਬਣੇ ਹੋਏ ਨੇ ਨਾ, ਉਹਨਾਂ 'ਚ ਹੀ ਕਰਾ ਦਿਓ ਪ੍ਰਚਾਰ ਸ਼ੁਰੂ। ਕਿੰਨੇ ਡੇਰੇ ਡੂਰੇ ਤੇ ਇੱਧਰ ਉਰਾਂ ਬੜਾ ਬਣਿਆ ਹੋਇਆ, ਤੁਸੀਂ ਉਪਰਾਲਾ ਕਰੋ, ਇਹਨਾਂ ਨੂੰ ਕਰੋ ਪ੍ਰਚਾਰ ਤੇ ਇੱਥੇ ਕੰਮ ਸ਼ੁਰੂ ਕਰਾ ਦਿਓ। ਹਾਂ, ਫਿਰ ਜਦੋਂ ਆਪਣੇ ਕੋਈ ਘਰ ਵੱਡਾ ਹੋ ਜਾਏਗਾ, ਚਲੋ ਸੰਗਤ ਜ਼ਿਆਦੇ ਆਉਣ ਲੱਗ ਜੂਗੀ, ਆਪਾਂ ਵੀ ਕੋਈ ਪਾ ਲਾਂਗੇ ਕੋਈ 2-4 ਕੋਠੇ ਹੋਰ। ਇਸ ਕਰਕੇ ਇਹ ਵਿਸ਼ਾ ਨਹੀਂ ਹੁੰਦਾ ਗੁਰਮਤ ਦਾ ਵਿਸ਼ਾ ਹੈ ਕਮਾਈ ਕਰਨੀ। ਆਪ ਦਾ ਅਭਿਆਸ ਕਰੋ, ਘਰ ਗ੍ਰਸਤਾਂ ਦੇ ਵਿੱਚ ਜੀਵ ਜਿਹੜੇ ਨੇ ਉਲਝੇ ਹੋਏ ਨੇ, ਉਹ ਆਪ ਦਾ ਸਿਮਰਨ ਕਰਕੇ ਫੁਰਨੇ ਮਾਰ ਲੈਣ। ਮਾਰ ਕੇ ਫੁਰਨੇ ਪਹਿਲੋਂ ਤਾਂ ਵੇਖੋ ਅੰਤਰਗਤ ਜਿਹੜਾ ਸਾਡਾ ਡੇਰਾ ਸਤਿਗੁਰ ਨੇ ਸਾਨੂੰ 10ਵਾਂ ਘਰ ਬਣਾ ਕੇ ਦਿੱਤਾ, ਪਹਿਲਾਂ ਉਹਦੀ ਖੋਜ ਕਰੀਏ। ਉਹ ਜਦੋਂ ਖੋਜ ਕਰਕੇ, ਮਨੋਰਥ ਤਾਂ ਇਹੀ ਹੈ ਨਾ ਵੀ ਸੰਸਾਰ ਗ੍ਰਸਤ ਦੀ ਅਗਨ ਵਿੱਚ ਜਲਦਾ ਪਿਆ, ਬਿਜ਼ਨਸ ਦੇ ਵਿੱਚ, ਘਰ ਗ੍ਰਸਤੀ ਵਿੱਚ, ਤੇ ਇੱਧਰ ਉੱਧਰ ਦੀਆਂ ਜਿਹੜੀਆਂ ਖੇਤੀਬਾੜੀ, ਇੱਧਰ ਉੱਧਰ ਦੇ ਚੱਕਰਾਂ ਦੇ ਵਿੱਚ ਡੁੱਬਦਾ ਪਿਆ, ਸੜਦਾ ਪਿਆ। ਇਹਨਾਂ ਨੂੰ ਕੱਢਣਾ। ਹੁਣ ਉਹਨੂੰ ਕੱਢਣ ਵਾਸਤੇ ਆਪਾਂ ਪ੍ਰਚਾਰ ਕਰਦੇ ਪਏ ਹਾਂ। ਤੇ ਪ੍ਰਚਾਰ ਕਰਦੇ ਜਦੋਂ ਆਪਾਂ ਵੇਖੀਏ ਵੀ ਸਾਡੀ ਸ਼ੋਹਰਤ ਹੋਣ ਲੱਗ ਗਈ, ਬੰਦਾ 500-700 ਜੁੜਨ ਲੱਗ ਗਿਆ, ਫਿਰ ਆਪਾਂ ਆਪਦੇ ਚੱਕਰਾਂ 'ਚ ਉਹਨਾਂ ਨੂੰ ਵਲੇਟ ਲਈਏ। ਦੇਖੋ ਚਲੋ ਉਹ ਵੱਖਰੀ ਗੱਲ ਹੈ ਵੀ ਇੱਥੇ ਇਕੱਠ ਹੁੰਦਾ, ਹੁਣ ਜੀ ਸਾਰੇ ਸੀ ਕਹਿੰਦੇ 100 ਕੁ ਬੰਦਾ ਆਇਆ, ਕਹਿੰਦੇ ਜੀ ਸਾਡਾ ਵੀ ਦਿਲ ਕਰਦਾ, ਉਹ ਵੱਖਰੀ ਗੱਲ ਹੈ। ਜਗ੍ਹਾ ਖੁੱਲੀ ਕਰ ਲੈਣੀ ਜਾਂ ਉਹਨੂੰ ਕੋਈ ਵੱਡਾ ਕਰ ਲੈਣਾ, ਉਹ ਇੱਕ ਹੋਏ, ਪਰ ਆਪਾਂ ਨੂੰ ਇੱਕ ਡੇਰੇ ਦਾ ਰੂਪ ਨਹੀਂ ਦੇਣਾ। ਆਪਦੇ ਇਲਾਕਿਆਂ 'ਚ, ਆਪਦੇ ਘਰਾਂ 'ਚ ਬੈਠ ਕੇ ਸਿਮਰਨ ਅਭਿਆਸ ਕਰੋ। ਇਹ ਅਸੀਂ ਤਾਂ ਕਿਹਾ ਕਿਉਂਕਿ ਸਾਡੇ ਨਾਲ ਦੇ ਕਈ ਸੰਗੀ ਸਾਥੀ ਹੈਗੇ ਆ, ਉਹ ਸਾਨੂੰ ਇਸ ਪਟੜੀ ਤੇ ਪਾਉਣਾ ਚਾਹੁੰਦੇ ਆ, ਪਰ ਅਸੀਂ ਆਪਦੇ ਗੁਰੂ ਦੇ ਪੱਕੇ ਆ, ਤੇ ਉਹ ਅਸੀਂ ਉਧਰ ਨੂੰ ਜਾਂਦੇ ਹੀ ਨਹੀਂ ਗੇ। ਤੇ ਇਸ ਕਰਕੇ ਤੁਹਾਡੇ ਅੱਗੇ ਸ਼ੁੱਧ ਵਿਚਾਰ ਅਸੀਂ ਰੱਖ ਦਿੰਦੇ ਹਾਂ, ਤਾਂ ਕਿ ਤੁਸੀਂ ਸਮਝ ਜਾਓ ਵੀ ਕਹਾਣੀ ਕੀ ਹੈ। ਇਸ ਕਰਕੇ ਆਪਦੀ ਕਮਾਈ ਕਰੋ, ਸ਼ਬਦ ਦਾ ਅਭਿਆਸ ਕਰੋ, ਵੱਧੋ ਵੱਧ ਨਾਮ ਜਪੋ, ਗੁਰੂ ਤੁਹਾਡੇ ਤੇ ਕਿਰਪਾ ਕਰੇਗਾ। ਇਹਨੇ ਬਚਨ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।